ਇਹ ਜਿਹੜੇ ਬੋਲਦੇ ਆ ਨਾ ਅੰਦਰ ਬੈਠ ਕੇ ਇਹਨਾਂ ਨੂੰ ਕਹੋ ਪਿੰਜਰੇ 'ਚ ਪਾਏ ਹੋਏ ਤੋਤੇ ਹੋ ਤੁਸੀਂ ਤੋਤੇ। ਇਹ ਤੁਸੀਂ ਨਹੀਂ ਬੋਲਦੇ, ਆਸ਼ੂ ਬੋਲਦਾ ਹੈ, ਇਹ ਬੈਂਸ ਬੋਲਦਾ ਹੈ, ਤੁਸੀਂ ਉਹਨਾਂ ਦੀਆਂ ਬੋਲੀਆਂ ਬੋਲਦੇ ਹੋ। ਕਮਰੇ ਦੇ ਵਿੱਚ ਬੰਦ ਬੱਤੀ ਬੰਦ ਕਰਕੇ ਬਹਿ ਜਾ, ਕਿਉਂ ਬਿਠਾਉਂਦਾ ਸੀ ਐਮਐਲਏ? ਇਹ ਤਾਂ ਇਨਸਾਨ ਕਹਾਣ ਦੇ ਲਾਇਕ ਨਹੀਂ ਹੈ ਤੇ ਪੁਲਿਸ ਨਾਲ ਰਲੀ ਹੋਈ ਹੈ। ਇਸ ਦਰਿੰਦੇ ਨੂੰ ਬਚਾ ਰਹੇ ਹੋ ਤੁਸੀਂ, ਇਸ ਰੇਪਿਸਟ ਨੂੰ ਬਚਾ ਰਹੇ ਹੋ ਤੁਸੀਂ। ਜਿੰਨੇ ਮਰਜ਼ੀ ਪਖੰਡ ਕਰ ਲਓ ਕਿ ਤੁਸੀਂ ਕਾਂਗਰਸ ਦੇ ਉਲਟ ਲੜਦੇ ਹੋ, ਇਹ ਪੋਲੀਟੀਕਲ ਜਵਾਬ ਮੈਂ ਤੁਹਾਨੂੰ ਕਦੇ ਦੇ ਦੂੰਗਾ। ਪਹਿਲਾਂ ਇਹ ਦੱਸੋ ਕਿ ਤੁਸੀਂ ਰੇਪ ਕਿਉਂ ਕੀਤਾ? ਅਦਾਲਤ ਕਹਿੰਦੀ ਹੈ ਕਿ ਪੀੜਤ ਦੀ ਸ਼ਕਲ ਬਾਹਰ ਨਾ ਆਵੇ, ਪੀੜਤ ਦੀ ਨਾਮ ਬਾਹਰ ਨਾ ਆਵੇ। ਇਹ ਵਿਚਾਰੀ ਰੋਂਦੀ ਫਿਰਦੀ, ਆਪਣਾ ਨਾਮ ਦੱਸਦੀ ਫਿਰਦੀ, ਇੱਥੇ ਬਾਹਰ ਬੈਠੀ ਹੈ। ਇਹਨਾਂ ਸ਼ਰਮ ਨਹੀਂ ਆਉਂਦੀ ਪੁਲਿਸ ਵਾਲਿਆਂ ਨੂੰ? ਨਾ ਆਪਣੀ ਵਰਦੀ ਦੀ ਸ਼ਰਮ ਹੈ, ਨਾ ਮੋਢਿਆਂ ਤੇ ਲਾਏ ਸਤਾਰੇ ਤੇ ਸ਼ੇਰ ਦੀ ਸ਼ਰਮ ਹੈ, ਨਾ ਇਹਨਾਂ ਨੂੰ ਇੱਕ ਹਿੰਦੁਸਤਾਨ ਦੇ ਸੰਵਿਧਾਨ ਦੇ ਅੰਦਰ ਕੀ ਲਿਖਿਆ ਹੈ, ਤੁਹਾਡੀ ਡਿਊਟੀ ਕੀ ਹੈ, ਨਾ ਉਹਦੀ ਸ਼ਰਮ ਹੈ। ਇਹਨਾਂ ਨੂੰ ਮੈਂ ਕਹਿਣਾ ਚਾਹੁੰਦਾ, ਰੱਬ ਦੇ ਵਾਸਤੇ ਨਿਕਲਿਓ ਬਾਹਰ। ਵੇਚੀ ਹੋਈ ਤੇ ਵਿਕੀ ਹੋਈ ਆਤਮਾ ਨੂੰ ਬਾਹਰ ਕੱਢ ਲਓ। ਜਿੱਦਣ ਦੀ ਤੁਸੀਂ ਗੱਦੀ ਤੇ ਬਿਰਾਜਮਾਨ ਹੋਏ ਹੋ, ਸਜੇ ਹੋ ਇੱਥੇ, ਉਦੋਂ ਦੇ ਕਿੰਨੇ FIR ਰੇਪ ਦੀਆਂ ਰਜਿਸਟਰ ਹੋਈਆਂ ਲੁਧਿਆਣੇ 'ਚ, ਤੇ ਕਿੰਨਿਆਂ 'ਚ ਤੁਸੀਂ ਇਹ ਇਨਕੁਆਇਰੀ ਕੀਤੀ, ਜਿਹੜੀ ਇਨਕੁਆਇਰੀ ਕਰ ਰਹੇ ਹੋ? ਮੈਂ ਪੁੱਛ ਲੈਣ, ਜਵਾਬ ਦੇ ਦੇਣ। ਗੂੰਗੇ ਬਣ ਜਾਣਗੇ, ਜਵਾਬ ਨਹੀਂ ਦੇਣਗੇ ਤੁਹਾਨੂੰ। ਇੱਥੇ ਲਿਖਿਆ ਸ਼ਰਮ ਦਾ ਘਾਟਾ, ਬੈਂਸ ਪਜਾਮਾ ਪਾਰਟੀ ਦਾ ਪੈ ਗਿਆ ਪਟਾਕਾ। ਜੇ ਅੱਗ ਲੱਗੀ ਨਾ ਹੋਵੇ ਤੇ ਧੂਆਂ ਨਹੀਂ ਨਿਕਲਦਾ ਹੁੰਦਾ, ਜੇ ਅੱਗ ਲੱਗੀ ਹੈ ਤਾਂ ਹੀ ਧੂਆਂ ਉੱਠਿਆ। ਜੇ ਬੈਂਸ ਸਾਹਿਬ ਸੱਚੇ ਨੇ ਤੇ ਅਸੀਂ ਵੀ ਕਹਿੰਦੇ ਆ, ਚਲੋ ਅਸੀਂ ਵੀ ਪਾਰਟੀ 'ਚ ਸੀਗੇ, ਅਸੀਂ ਕਹਿੰਦੇ ਸੀ ਬੈਂਸ ਸਾਹਿਬ, ਪਰ ਪਰਿਵਾਰ ਦੇ ਵਿੱਚ ਵੜ ਕੇ ਹੀ ਪਰਿਵਾਰ ਦੇ ਮੈਂਬਰਾਂ ਦੇ ਤੇ ਮੁਖੀ ਦਾ ਪਤਾ ਲੱਗਦਾ ਵੀ ਮੁਖੀ ਕਿੱਦਾਂ ਦਾ। ਸਰ ਪਾਰਕਿੰਗ ਦਾ ਬਹਾਨਾ ਬਣਾ ਕੇ ਮੈਨੂੰ ਬਾਹਰ ਬਿਠਾਤਾ। ਉਹਨਾਂ ਨੂੰ ਇਹ ਸੀ ਕਿ ਬੈਂਸ ਦੇ ਕਾਰਨਾਮੇ ਦਿਖ ਰਹੇ ਲੋਕਾਂ ਨੂੰ ਕਿ ਕੀ ਉਹ ਕਰਦਾ, ਪਰ ਇੱਥੇ ਤਾਂ ਹੋਰ ਵੀ ਜ਼ਿਆਦਾ ਦਿਖਣੇ ਆ। ਵਧੀਆ ਹੋ ਗਿਆ ਉਹਨਾਂ ਨੇ ਮੈਨੂੰ ਇੱਥੇ ਬਿਠਾਇਆ, ਇੱਥੇ ਹੋਰ ਜਨਤਾ ਜਾਗੂਗੀ। ਇਹ ਬਾਰ-ਬਾਰ ਕਹਿੰਦੇ ਕਿ ਅਕਾਲੀ ਦਲ ਵਾਲੇ, ਤੇ ਤੁਸੀਂ ਆਪਣਾ ਕਾਰਾ ਕੀ ਅਕਾਲੀ ਦਲ ਕਹਿ ਕੇ ਲੋਕੀ ਜੋ ਛੁਪਾ ਲਓਗੇ? ਤੁਹਾਡਾ ਕਾਰਾ ਨਹੀਂ, ਇਹ ਭੈਣ ਦਾ ਤੁਹਾਡੀ ਗਲੀ 'ਚ ਰਹਿੰਦੀ ਸੀ। ਕੰਮ ਕਾਰਾ ਤੁਸੀਂ ਕੀਤਾ। ਪਾਰਟੀ ਦੇ ਤੁਹਾਡੀ ਪਾਰਟੀ ਦੇ ਬੰਦੇ ਆ ਜਾ ਕੇ ਖੜ ਕੇ ਇਹਦੇ ਹੱਕ ਦੇ ਵਿੱਚ ਨਾਰਾ ਲਾ ਰਹੇ ਆ, ਤੇ ਫਿਰ ਜੇ ਨਾਰਾ ਅੱਜ ਕਾਂਗਰਸ ਵਾਲੇ ਵੀ ਬੈਠੇ ਆ ਸਾਡੇ ਵੀਰ, ਜੇ ਕਾਂਗਰਸ ਵਾਲਾ, ਮੈਂ ਕਹਿੰਦਾ ਬਾਕੀ ਵੀ ਜ਼ਮੀਰ ਜਗਾਓ ਨਾ। ਉਸ ਤੋਂ ਵੱਡਾ ਬਾਪ ਬਿੱਟੂ ਸਾਹਿਬ ਚੁੱਪ ਜਿਹੜਾ ਰਹਿ ਰਿਹਾ ਉਹ ਕਰ ਰਹੇ ਆ, ਆਸ਼ੂ ਜੀ ਕਰ ਰਹੇ ਆ, ਤੇ ਮੇਅਰ ਸਾਹਿਬ ਤੇ ਕਮਿਸ਼ਨਰ ਸਾਹਿਬ ਕਰ ਰਹੇ ਆ। ਨਾ ਡਰੇ ਆ ਤੇ ਨਾ ਡਰਾਇਆ, ਪਰ ਪਾਪ ਜ਼ਰੂਰ ਡਰਦਾ। ਇਹ ਡਰੂਗਾ ਬੈਂਸ, ਅੱਜ ਡਰਿਆ ਫਿਰਦਾ। 15 ਨਵੰਬਰ ਤੋਂ ਬਾਅਦ ਅੱਜ ਫੇਸਬੁੱਕ ਅਪਡੇਟ ਕਿਉਂ ਨਹੀਂ ਹੈਗੀ? ਅੱਜ ਡਰਿਆ ਹੋਇਆ। ਤੇ ਡਰਦੇ ਨੂੰ ਅਸੀਂ ਤਾਂ ਡਰਾਨੇ ਕਿਉਂਕਿ ਉਹਨੇ ਗਲਤ ਕੰਮ ਕੀਤਾ। ਇਸ ਵਾਰ MLA ਨਹੀਂ ਬਣੂਗਾ ਆਤਮਨਗਰ ਤੋਂ ਬੈਂਸ। ਮੇਰੀ ਇਹ ਚੇਤਾਵਨੀ ਵੀ ਹੈ, ਖੁੱਲ ਕੇ ਸੱਦਾ ਵੀ ਹੈ। ਬਾਕੀ ਇਹ ਜਿੱਤੇ ਕਹਿ ਰਹੇ ਨਾ ਵੀ ਮੈਂ ਵਿੱਚ ਸੁਣਨ 'ਚ ਵੀ ਆਇਆ ਵੀ ਐਤਕੀ MLA ਆਤਮਨਗਰ ਤੋਂ ਨਹੀਂ ਲੜਨਗੇ, ਬਾਕੀ ਕਿਤੇ ਵੀ ਲੜਨਗੇ ਮੈਂ ਉੱਥੇ ਵੀ ਇਹਨਾਂ ਦੇ ਅਗੇਂਸਟ ਖੜਾਂਗਾ। ਇੱਕ ਔਰਤ ਵੱਲੋਂ ਸਿਮਰਜੀਤ ਬੈਂਸ ਤੇ ਦੋਸ਼ ਲਗਾਏ ਗਏ ਸੀ ਵੀ ਉਸ ਨਾਲ ਜੋ ਸਿਮਰਜੀਤ ਸਿੰਘ ਬੈਂਸ ਨੇ ਜੋ ਹੈ ਬਲਾਤਕਾਰ ਕੀਤਾ ਹੈ। ਉਸ ਤੋਂ ਬਾਅਦ ਜਦੋਂ ਉਹਨੂੰ ਇਨਸਾਫ ਨਹੀਂ ਮਿਲਿਆ, ਉਹਨੇ ਕਮਿਸ਼ਨਰ ਆਫਿਸ ਆਪਣਾ ਧਰਨਾ ਲਾ ਲਿਆ। ਜ਼ਰੂਰ ਪਹਿਲਾਂ ਕੱਲੀ ਸੀ, ਪਰ ਹੁਣ ਤੁਸੀਂ ਦੇਖ ਸਕਦੇ ਹੋ ਸਮੁੱਚੀ ਲੀਡਰਸ਼ਿਪ ਇੱਥੇ ਪਹੁੰਚ ਚੁੱਕੀ ਹੈ। ਅਕਾਲੀ ਦਲ ਦੇ 2 ਲੀਡਰਸ ਵੀ ਇੱਥੇ ਮੌਜੂਦ ਨੇ, ਤੇ ਸਭ ਤੋਂ ਵੱਡੀ ਗੱਲ ਹੈ ਲੋਕ ਇਨਸਾਫ ਪਾਰਟੀ ਦੇ ਇੱਕ ਵਰਕਰ ਵੀ ਇੱਥੇ ਮੌਜੂਦ ਹੈ। ਅੱਜ ਉਹਨਾਂ ਨੇ ਵੀ ਕਹਿਤਾ ਵੀ ਲੋਕ ਇਨਸਾਫ ਪਾਰਟੀ ਉਹਨਾਂ ਨੇ ਛੱਡ ਦਿੱਤੀ ਹੈ। ਗੁਰਦੀਪ ਸਿੰਘ ਗੋਸ਼ਾ ਜੀ, ਬਾਰ-ਬਾਰ ਲੋਕ ਇਨਸਾਫ ਪਾਰਟੀ ਦੇ ਲੀਡਰ ਇਹੀ ਕਹਿੰਦੇ ਸੀ ਵੀ ਤੁਹਾਡੇ ਵੱਲੋਂ ਹੀ ਇਹ ਔਰਤ ਨੂੰ ਸਪੋਰਟ ਦਿੱਤੀ ਜਾ ਰਹੀ ਹੈ, ਤੁਹਾਡੇ ਵੱਲੋਂ ਹੀ ਖੜੇ ਕੀਤੇ ਗਏ ਨੇ, ਤੇ ਥੋੜੇ ਦੇਰ ਬਾਅਦ ਤੁਸੀਂ ਇਹਨਾਂ ਦੇ ਹੱਕ 'ਚ ਇਹਨਾਂ ਦੇ ਨਾਲ ਖੜੇ ਦਿਖੋਗੇ। ਅੱਜ ਉਹ ਸੱਚ ਨਹੀਂ ਹੋਗੀ? ਤੁਹਾਨੂੰ ਕੀ ਲੱਗਦਾ ਵੀ ਉਹਨਾਂ ਦੀ ਗੱਲ ਅੱਜ ਸੱਚ ਹੋ ਗਈ? ਦੇਖੋ, ਸਟੇਟ ਫਾਰਵਰਡ ਗੱਲ ਹੈ ਜੀ ਜੀ। ਅੱਜ ਲਿਪ ਪਾਰਟੀ ਦੇ ਬੰਦਾ ਵੀ ਇੱਕ ਬੰਦਾ ਛੱਡ ਕੇ ਆਇਆ, ਇਹ ਤਾਂ ਸਾਡੀ ਪਾਰਟੀ ਦਾ ਨਹੀਂ ਹੈਗਾ, ਅਮਿਤ ਕੁਮਾਰ। ਅੱਜ ਸਾਰਿਆਂ ਨੂੰ ਖੜਨਾ ਚਾਹੀਦਾ। 10 ਦਿਨ ਅਸੀਂ ਵੇਟ ਕਰਦੇ ਰਹੇ, ਪਹਿਲੇ 10 ਦਿਨ ਇਹਨਾਂ ਨੇ ਜਦੋਂ ਕੰਪਲੇਂਟ ਕੀਤੀ ਸੀ, 10 ਦਿਨ ਅਸੀਂ ਸੋਚਦੇ ਰਹੇ ਵੀ ਕਿਉਂਕਿ ਸੁਪਰੀਮ ਕੋਰਟ ਦੀ ਰੂਲਿੰਗ ਹੈ ਸਿੱਧੀ ਕਿ ਪਰਚਾ ਦਰਜ ਕਰ ਦਿਓ ਫਿਰ ਇਨਕੁਆਇਰੀ ਕਰੋ, ਤੇ ਇਹ ਉਲਟਾ ਚੱਕਰ ਕਿਉਂ ਚੱਲ ਗਿਆ? ਉਲਟ ਗੰਗਾ ਕਿੱਦਾਂ ਵਹਿ ਗਈ? ਕਿਉਂਕਿ ਕਾਂਗਰਸ ਦੇ ਏਜੰਟ ਅਸੀਂ ਬਾਰ-ਬਾਰ ਅੱਜ ਨਹੀਂ ਕਹਿ ਰਹੇ, ਅਸੀਂ ਸ਼ੁਰੂ ਤੋਂ ਕਹਿ ਰਹੇ ਕਾਂਗਰਸ ਨਾਲ ਰਲੇ ਮਿਲੇ ਪਏ ਆ, ਰਲ ਮਿਲ ਕੇ ਸਾਰਾ ਕੰਮ ਕਰਦੇ, ਕਾਂਗਰਸ ਦੀ ਏਜੰਟ ਹੀ ਕਰਦੇ। ਪਰ ਅੱਜ ਮੈਂ ਸਮਝਦਾ ਕਿ ਕਾਂਗਰਸ ਦਾ ਬਿਲਕੁਲ ਰਲੇਵਾ ਇਹਨਾਂ ਦਾ ਖਿਚੜੀ ਬਣ ਚੁੱਕੀ ਹੈ। ਪਰ ਸ਼ਰਮ ਆਉਂਦੀ ਹੈ ਕਿ ਪੰਜਾਬ ਦੀ ਧਰਤੀ ਤੇ ਬੈਠ ਕੇ ਇਨਸਾਫ ਮੰਗਣ ਲਈ ਸਾਨੂੰ ਸੜਕਾਂ ਤੇ ਬਹਿਣਾ ਪੈ ਰਿਹਾ। ਉਸ ਤੋਂ ਵੱਧ ਸ਼ਰਮ ਆਉਂਦੀ ਹੈ ਕਿ ਸਾਡੀ ਧੀਆਂ ਭੈਣਾਂ ਨੂੰ ਸੜਕਾਂ ਤੇ ਬਹਿਣਾ ਪੈ ਰਿਹਾ। ਅੱਜ ਤੋਂ ਪਹਿਲਾਂ ਸੁਣਿਆ ਸੀ ਕਾਨੂੰਨ ਅੰਨਾ, ਤੇ ਅੱਜ ਕਾਨੂੰਨ ਬੋਲਾ ਵੀ ਹੋ ਗਿਆ, ਕਾਨੂੰਨ ਗੂੰਗਾ ਵੀ ਹੋ ਗਿਆ। ਨਾ ਤਾਂ ਰਵਨੀਤ ਸਿੰਘ ਬਿੱਟੂ ਜੀ ਬੋਲਦੇ ਇਸ ਮੁੱਦੇ ਤੇ,
ਨਾ ਭਾਰਤ ਭੂਸ਼ਣ ਆਸ਼ੂ ਜੀ ਬੋਲਦੇ, ਨਾ ਮੇਅਰ ਸਾਹਿਬ ਬੋਲਦੇ, ਨਾ ਬੈਂਸ ਪਾਰਟੀ ਦੇ ਬੰਦੇ ਬੋਲਦੇ, ਤੇ ਨਾ ਪੁਲਿਸ ਕਮਿਸ਼ਨਰ ਸਾਹਿਬ ਬੋਲਦੇ ਆ। ਬੋਲਣ ਨਾ, ਤੁਸੀਂ ਇਹਨਾਂ ਨੂੰ ਸਵਾਲ ਪਾਓ, ਕਮਿਸ਼ਨਰ ਸਾਹਿਬ ਨੂੰ ਜਾ ਕੇ ਪੁਲਿਸ ਨੂੰ ਸਵਾਲ ਪਾਓ ਕਿ ਜਦ ਸੁਪਰੀਮ ਕੋਰਟ ਦੀ ਰੂਲਿੰਗ ਹੈ ਪਹਿਲਾਂ ਪਰਚਾ ਦਰਜ ਹੋਣਾ, ਅੱਜ ਤੱਕ ਪਰਚਾ ਦਰਜ ਕਿਉਂ ਨਹੀਂ ਹੋਇਆ? ਇਹ ਬਾਰ-ਬਾਰ ਕਹਿੰਦੇ ਕਿ ਅਕਾਲੀ ਦਲ ਵਾਲੇ, ਅਕਾਲੀ ਦਲ ਵਾਲੇ, ਤੇ ਤੁਸੀਂ ਆਪਣਾ ਕਾਰਾ ਕੀ ਅਕਾਲੀ ਦਲ ਕਹਿ ਕੇ ਲੋਕੀ ਜੋ ਛੁਪਾ ਲਓਗੇ? ਤੁਹਾਡਾ ਕਾਰਾ ਨਹੀਂ, ਇਹ ਭੈਣ ਤਾਂ ਤੁਹਾਡੀ ਗਲੀ 'ਚ ਰਹਿੰਦੀ ਸੀ, ਕੰਮ ਕਾਰਾ ਤੁਸੀਂ ਕੀਤਾ। ਪਾਰਟੀ ਦੇ ਤੁਹਾਡੀ ਪਾਰਟੀ ਦੇ ਬੰਦੇ ਆ ਜਾ ਕੇ ਖੜ ਕੇ ਇਹਦੇ ਹੱਕ ਦੇ ਵਿੱਚ ਨਾਰਾ ਲਾ ਰਹੇ ਆ, ਤੇ ਫਿਰ ਜੇ ਨਾਰਾ ਅੱਜ ਕਾਂਗਰਸ ਵਾਲੇ ਵੀ ਬੈਠੇ ਆ ਸਾਡੇ ਵੀਰ, ਜੇ ਕਾਂਗਰਸ ਵਾਲਾ, ਮੈਂ ਕਹਿੰਦਾ ਬਾਕੀ ਵੀ ਜ਼ਮੀਰ ਜਗਾਓ ਨਾ। ਬਾਕੀਆਂ ਨੂੰ ਜਦ ਗੁਰੂ ਸਾਹਿਬ ਨੇ ਕਿਹਾ ਸੀ ਕਿ ਪਾਪੀ ਦਾ ਨਾਲ ਖੜਨਾ ਨਹੀਂ, ਤੇ ਪਾਪੀ ਦੇ ਨਾਲ ਖੜ ਕੇ ਉਹਦੀ ਹਮਾਇਤ ਕਰਨਾ ਕਿ ਉਹ ਪਾਪ ਨਹੀਂ, ਉਸ ਤੋਂ ਵੱਡਾ ਪਾਪ ਹੈ। ਉਸ ਤੋਂ ਵੱਡਾ ਪਾਪ ਬਿੱਟੂ ਸਾਹਿਬ ਚੁੱਪ ਜਿਹੜਾ ਰਹਿ ਰਿਹਾ ਉਹ ਕਰ ਰਹੇ ਆ, ਆਸ਼ੂ ਜੀ ਕਰ ਰਹੇ ਆ, ਤੇ ਮੇਅਰ ਸਾਹਿਬ ਤੇ ਕਮਿਸ਼ਨਰ ਸਾਹਿਬ ਕਰ ਰਹੇ ਆ। ਜੇ ਅੱਜ ਵੀ ਨਹੀਂ ਬੋਲਾਂਗੇ ਤੇ ਫਿਰ ਕੱਲ ਵੀ ਨਹੀਂ ਬੋਲਿਆ ਜਾਣਾ। 8 ਮਾਰਚ ਨੂੰ ਵੂਮਨ ਡੇ ਆ ਰਿਹਾ, ਫਿਰ ਕੱਢਿਓ ਕੈਂਡਲ ਮਾਰਚ। ਫਿਰ ਲੋਕੀ ਤਾਂ ਮੈਂ ਕਹਿੰਦਾ ਆ ਦੇਖੋ, ਆ ਕਿਸਾਨੀ ਮੋਰਚਾ ਸੀ ਨਾ, ਪਹਿਲਾਂ ਛੋਟਾ ਛੋਟਾ ਲੱਗਦਾ ਸੀਗਾ, ਪਹਿਲਾਂ ਕੁਝ ਬੰਦਿਆਂ ਨੇ ਆਵਾਜ਼ ਦਿੱਤੀ ਸੀ, ਅੱਜ ਬੈਠੇ ਨਾ ਲੱਖਾਂ ਬੰਦੇ। ਉਹ ਇਸੇ ਕਰਕੇ ਜਦੋਂ ਆਪਾਂ ਇਨਸਾਫ ਨਹੀਂ ਦੇਵਾਂਗੇ, ਜਦੋਂ ਕਾਨੂੰਨ ਦੇ ਵਿੱਚ ਵਿਸ਼ਵਾਸ ਨਹੀਂ ਰਹੂਗਾ, ਤੇ ਫਿਰ ਆਖਿਰ ਬੰਦਾ ਪ੍ਰੋਟੈਸਟ ਕਰਦਾ। ਤੇ ਅਸੀਂ ਤਾਂ ਕਹਿੰਦੇ ਲੋਕੀ ਵੀ ਜ਼ਮੀਰ ਜਗਾਣ, ਸਾਡੀ ਜ਼ਮੀਰ ਜਾਗੀ ਆ। ਧਮਕੀਆਂ ਵੀ ਦਿੰਦੇ ਪਏ ਬੈਂਸ ਦੇ ਬੰਦੇ, ਮੈਨੂੰ ਵੀ ਧਮਕੀਆਂ ਦੇ ਰਹੇ, ਟਾਂਡਾ ਸਾਹਿਬ ਨੂੰ ਵੀ ਧਮਕੀਆਂ ਦੇ ਰਿਹਾ, ਆ ਬੀਬੀ ਨੂੰ ਵੀ ਧਮਕੀਆਂ ਦੇ ਰਹੇ। ਧਮਕੀਆਂ ਤੋਂ ਡਰਨ ਵਾਲੇ ਤਾਂ ਹੈ ਨਹੀਂ ਮੈਨੂੰ ਲੱਗਦਾ। ਤੇ ਤਾਂ ਹੀ ਤਾਂ ਬੈਠੇ ਆ ਜੀ, ਤਾਂ ਹੀ ਬੈਠੇ, ਨਾ ਡਰੇ ਆ ਤੇ ਨਾ ਡਰਾਇਆ, ਪਰ ਪਾਪ ਜ਼ਰੂਰ ਡਰਦਾ। ਇਹ ਡਰੂਗਾ ਬੈਂਸ, ਅੱਜ ਡਰਿਆ ਫਿਰਦਾ। 15 ਨਵੰਬਰ ਤੋਂ ਬਾਅਦ ਅੱਜ ਫੇਸਬੁੱਕ ਅਪਡੇਟ ਕਿਉਂ ਨਹੀਂ ਹੈਗੀ? ਅੱਜ ਡਰਿਆ ਹੋਇਆ। ਇੱਥੇ ਡਰਦੇ ਨੂੰ ਅਸੀਂ ਤਾਂ ਡਰਾਨੇ ਕਿਉਂਕਿ ਉਹਨੇ ਗਲਤ ਕੰਮ ਕੀਤਾ। ਜੇ ਉਹ ਗਲਤ ਕੰਮ ਨਾ ਕੀਤਾ, ਉਹਨਾਂ ਡਰਨਾ ਉਹਨੇ ਕੋਈ ਨਹੀਂ ਸੀਗਾ। ਹਮੇਸ਼ਾ ਪਾਪੀ ਡਰਦਾ, ਕਹਿੰਦੇ ਪਾਪ ਕੋ ਮਾਰਨ ਕੇ ਲਈ ਪਾਪ ਮਹਾਬਲੀ ਹੈ। ਅੱਜ ਪਾਪ ਉਹਦਾ ਮਹਾਬਲੀ ਹੋ ਗਿਆ ਤੇ ਤਾਂ ਉਹਨੂੰ ਮਾਰਿਆ ਜਾ ਰਿਹਾ। ਸਹੀ ਪਾਰਟੀਬਾਜ਼ੀ ਕਰ ਰਹੇ ਹੋ ਕਿ ਸੱਚੇ 'ਚ ਖੜੇ ਹੋ ਨਾਲ? ਕੁਵਰ ਜੀ, ਮੁੱਦਾ ਕੋਈ ਵੀ ਹੋਵੇ ਜਿਹਦੇ 'ਚ ਲੋਕਾਂ ਨੂੰ ਇਨਸਾਫ ਦੀ ਗੁਹਾਰ ਮਿਲਦੀ ਹੋਵੇ, ਤੇ ਮੈਂ ਤਾਂ ਹਰ ਮੁੱਦਾ ਚੱਕਣ ਨੂੰ ਤਿਆਰ ਆ। ਮੈਨੂੰ ਕੋਈ ਮਾੜਾ ਕਹਿ ਦੇਵੇ, ਮੈਨੂੰ ਇਸ ਗੱਲ ਦਾ ਕੋਈ ਫਰਕ ਨਹੀਂ। ਕੋਈ ਪੋਲੀਟੀਕਲ ਬੰਦੇ ਆ, ਜੇ ਘਰ ਬੈਠੀਏ ਤੇ ਲੋਕੀ ਕਹਿਣਗੇ ਘਰ ਬਹਿ ਕੇ ਬੋਲਦੇ ਨਹੀਂ। ਮੈਂ ਤਾਂ ਅੱਜ ਤਾਂ ਨਹੀਂ, ਲੋਕਡਾਊਨ ਤੁਸੀਂ ਸਾਰਾ ਦੇਖਿਆ, ਉਸ ਤੋਂ ਬਾਅਦ ਵੀ ਦੇਖਿਆ, ਕਿਸੇ ਦਿਨ ਚੁੱਪ ਨਹੀਂ ਕੀਤਾ। ਇਹ ਆਵਾਜ਼ ਬੰਦ ਹੋਣ ਵਾਲੀ ਨਹੀਂ ਹੈਗੀ। ਇਹ ਆਵਾਜ਼ ਬੰਦ ਪਤਾ ਕਦੋਂ ਹੋਗੀ? ਜਦੋਂ ਪ੍ਰਮਾਤਮਾ ਬੰਦ ਕਰੂਗਾ, ਉਸ ਤੋਂ ਪਹਿਲਾਂ ਬੰਦ ਨਹੀਂ ਹੋਣੀ। ਇਹ ਡਰਨਾ ਪਊਗਾ ਉਹਨਾਂ ਨੂੰ ਜਿਹੜਾ ਪਾਪ ਕਰਦੇ ਆ। ਲੀਡਰਾਂ ਦਾ ਮੈਂ ਤਾਂ ਕਹਿੰਦਾ, ਚਾਹੇ ਲੀਡਰ ਹੈ ਚਾਹੇ ਜਿਹੜੇ ਪੁਲਿਸ ਅਧਿਕਾਰੀ ਹੈ, ਇਹਨਾਂ ਤੇ ਕਾਨੂੰਨ ਦੀ ਧਾਰਾ ਇੱਕ ਵੱਧ ਲੱਗਣੀ ਚਾਹੀਦੀ ਹੈ। ਕਿਉਂਕਿ ਜਿਹੜਾ ਕਾਨੂੰਨ ਬਣਾਉਣ ਵਾਲੇ ਉਹੀ ਕਾਨੂੰਨ ਤੋੜਨਗੇ, ਤੇ ਫਿਰ ਉਹਨਾਂ ਦੇ ਖਿਲਾਫ ਵੱਡੀ ਕਾਰਵਾਈ ਹੋਣੀ ਚਾਹੀਦੀ ਆ। ਚਾਹੇ ਮੈਂ ਹੀ ਕਿਉਂ ਨਾ ਗਲਤ ਕੰਮ ਕਰਾਂ, ਚਾਹੇ ਮੇਰਾ ਪਰਿਵਾਰ ਵਾਲਾ ਗਲਤ ਕੰਮ ਕਰੇ। ਅੱਜ ਗਲੀਆਂ ਦੇ ਵਿੱਚ, ਸੱਥਾਂ ਦੇ ਵਿੱਚ, ਪਰਿਵਾਰਾਂ ਦੇ ਵਿੱਚ ਅੱਜ ਗੱਲ ਚੱਲ ਰਹੀ ਹੈ, ਬਹਿਸ ਬਲਤਕਾਰੀ ਹੈ। ਅੱਜ ਗਲੀਆਂ ਦੇ ਵਿੱਚ ਜਿਹੜੇ ਲੋਕ ਇਹਨੂੰ ਬੁਲਾ ਕੇ ਬੜਾ ਪਿਆਰ ਕਹਿੰਦੇ ਤੇ ਮਸੀਹਾ ਕਹਿੰਦੇ ਸੀ, ਅੱਜ ਬੁਲਾਉਂਦੇ ਕਿਉਂ ਨਹੀਂ ਘਰਾਂ 'ਚ? ਉਹ ਇਸ ਕਰਕੇ ਨਹੀਂ ਬੁਲਾਉਂਦੇ, ਕਿਹੜੇ ਮੂੰਹ ਨਾਲ ਆਪਣੇ ਪਰਿਵਾਰ ਦੇ ਵਿੱਚ ਧੀਆਂ ਭੈਣਾਂ ਸਾਰੇ ਨਹੀਂ ਹੁੰਦੀਆਂ, ਉਹ ਕਿਹੜੇ ਮੂੰਹ ਨਾਲ ਲੈ ਕੇ ਜਾਣ? ਤੇ ਨਾ ਅਸੀਂ ਡਰੇ ਤੇ ਨਾ ਡਰਾਵਾਂਗੇ ਕਿਸੇ ਨੂੰ। ਡਰਨਗੇ ਉਹ ਆਪ ਹੀ। ਜੋ ਇਨਵੈਸਟੀਗੇਸ਼ਨ ਚੱਲ ਰਹੀ ਆ, ਤੁਸੀਂ ਉਸ ਤੋਂ ਖੁਸ਼ ਨਹੀਂ ਹੈਗੇ? ਕੀ ਹੋ ਕੀ ਰਿਹਾ ਅੰਦਰ? ਕੀ ਤੁਹਾਡੇ ਨਾਲ ਧੱਕਾ ਹੋ ਰਿਹਾ? ਸਰ, ਪੁਲਿਸ ਕਾਰਵਾਈ ਦੇ ਨਾਂ ਤੇ ਬਹਾਨੇ ਬਣਾ ਰਹੀ ਹੈ। ਕਦੇ ਕੁਝ ਬਹਾਨੇ ਬਣਾ ਰਹੀ ਹੈ, ਕਦੇ ਆਫੀਸਰ ਦੇ ਨਿਊ ਆਫੀਸਰ ਲਗਾਤੇ ਨੇ, ਕਦੇ ਕੁਝ ਕਹਿ ਰਹੇ। ਕਾਰਵਾਈ ਨਹੀਂ ਕਰਨ ਦਾ ਵਜ੍ਹਾ ਇਹੀ ਹੈ, ਮਾਮਲਾ ਦਬਾਉਣਾ ਚਾਹੁੰਦੀ ਹੈ, ਪਰ ਮਾਮਲਾ ਦਬੂਗਾ ਨਹੀਂ। ਇਹਨੂੰ ਇਹਦੀਆਂ ਕਰਤੂਤਾਂ ਦੀ ਸਜ਼ਾ ਮਿਲਣੀ ਹੈ। ਕਿਉਂਕਿ ਮਰਦ ਸਮਾਜ ਹੈ ਜਿਹੜਾ ਔਰਤ ਦੇ ਨਾਮ ਤੇ ਚੱਲਦਾ ਹੈ। ਮੈਂ ਉਹਨੂੰ ਅਪੀਲ ਕਰਦੀ ਹਾਂ, ਕਿਉਂ ਨਹੀਂ ਬੋਲਦੇ ਪਏ? ਬੈਂਸ ਕੋਈ ਹੋਊਗਾ ਨਹੀਂ ਹੈਗਾ ਜਿਹੜਾ ਉਹ ਤੋਂ ਡਰਦੇ ਨੇ। ਉਹਨਾਂ ਨੂੰ ਬੋਲਣਾ ਚਾਹੀਦਾ ਆ। ਕਿਸੇ ਪਾਪੀ ਦਾ ਸਾਥ ਦੇਣਾ ਵੀ ਇੱਕ ਪਾਪ ਦਾ ਭਾਗੀਦਾਰ ਹੁੰਦਾ ਆ। ਜਿਹੜੇ ਦੇ ਗਰੁੱਪ ਦੇ ਬੰਦੇ ਨੇ, ਇਹਦੀ ਪਾਰਟੀ ਦੇ ਬੰਦੇ ਨੇ, ਇਹਦੇ ਨਾਲ ਚੱਲਦੇ ਆ, ਉਹਨਾਂ ਦੀ ਜ਼ਮੀਰ ਵੀ ਜਾਗਣੀ ਚਾਹੀਦੀ। ਉਹਨਾਂ ਨੂੰ ਵੀ ਚਾਹੀਦਾ ਕਿ ਗਲਤ ਬੰਦੇ ਦਾ ਸਾਥ ਨਾ ਦੇਣ। ਜਿਹੜੀਆਂ ਹੋਰ ਕੁੜੀਆਂ ਨੇ, ਹੋਰ ਵੀ ਬਹੁਤ ਸਾਰੀਆਂ ਕੁੜੀਆਂ ਨੇ, ਉਹਨਾਂ ਨੂੰ ਵੀ ਕਹਿੰਦੀ ਆ ਕਿ ਉਹ ਸਾਹਮਣੇ ਆਉਣ, ਮੇਰੇ ਨਾਲ ਆ ਕੇ ਬੈਠਣ, ਤੇ ਉਹਨਾਂ ਨੂੰ ਵੀ ਇਨਸਾਫ ਮਿਲੂਗਾ। ਜ਼ਰੂਰੀ ਨਹੀਂ ਕਿ ਮੈਨੂੰ ਇਨਸਾਫ ਮਿਲੇ ਫਿਰ ਹੀ ਉਹ ਬੋਲਣ। ਹੋਰ ਕੁੜੀਆਂ ਵੀ ਬਹੁਤ ਆਉਣਗੀਆਂ। ਹੋਇਆ ਕੀ ਸੀ? ਤੁਹਾਨੂੰ ਕਮਿਸ਼ਨਰ ਆਫਿਸ ਦੇ ਅੰਦਰ ਨਹੀਂ ਵੜਨ ਦਿੱਤਾ, ਕੀ ਹੋਇਆ ਕੀ ਸੀ? ਅੱਗੇ ਤੁਸੀਂ ਕਮਿਸ਼ਨਰ ਆਫਿਸ ਦੇ ਅੰਦਰ ਜਾਂਦੇ ਸੀ, ਉੱਥੇ ਧਰਨਾ ਲਾਉਂਦੇ ਸੀ, ਅੰਦਰ ਨਹੀਂ ਜਾਣ ਦਿੱਤਾ ਗਿਆ, ਕੀ ਹੋਇਆ ਕੀ ਸੀ? ਸਰ, ਪਾਰਕਿੰਗ ਦਾ ਬਹਾਨਾ ਬਣਾ ਕੇ ਮੈਨੂੰ ਬਾਹਰ ਬਿਠਾਤਾ। ਉਹਨਾਂ ਨੂੰ ਇਹ ਸੀ ਕਿ ਬੈਂਸ ਦੇ ਕਾਰਨਾਮੇ ਦਿਖ ਰਹੇ ਲੋਕਾਂ ਨੂੰ ਕਿ ਕੀ ਉਹ ਕਰਦਾ, ਪਰ ਇੱਥੇ ਤਾਂ ਹੋਰ ਵੀ ਜ਼ਿਆਦਾ ਦਿਖਣੇ ਆ। ਵਧੀਆ ਹੋ ਗਿਆ ਉਹਨਾਂ ਨੇ ਮੈਨੂੰ ਇੱਥੇ ਬਿਠਾਇਆ। ਇੱਥੇ ਹੋਰ ਜਨਤਾ ਜਾਗੂਗੀ, ਹੋਰ ਵੀ ਲੋਕਾਂ ਦਾ ਜ਼ਮੀਰ ਜਾਗੂਗਾ। ਹੁਣ ਜਿਨ੍ਹਾਂ ਦੀ ਜ਼ਮੀਰ ਜਾਗਦੀ ਆ ਉਹ ਮੇਰੇ ਨਾਲ ਆ ਕੇ ਬੈਠੇ ਨੇ। ਗੁਰਦੀਪ ਸਿੰਘ ਗੋਸ਼ਾ ਜੀ, ਹਰੀਸ਼ ਰਾਏ ਢਾਂਡਾ ਜੀ, ਅਮਿਤ ਕੁਮਾਰ ਜੀ, ਇਹਨਾਂ ਨੇ ਮੇਰਾ ਸਾਥ ਦਿੱਤਾ। ਮੈਂ ਇਹਨਾਂ ਦਾ ਧੰਨਵਾਦ ਕਰਦੀ ਹਾਂ। ਵਾਕਈ ਜ਼ਮੀਰ ਜਾਗਦੀ, ਜ਼ਮੀਰ ਵਾਲੇ ਬੰਦੇ ਹੈਗੇ ਇਸ ਦੁਨੀਆ। ਇੱਕ ਹੋਰ ਸਾਹਿਬ ਮੈਂ ਗੱਲ ਜ਼ਰੂਰ ਕਹਾਂਗਾ, ਤੁਸੀਂ ਕਿਹਾ ਵੀ ਪਾਰਕਿੰਗ ਚੋਂ ਬਾਹਰ ਕਿਉਂ ਕੱਢਤਾ? ਸੱਚ ਦਾ ਸਾਹਮਣਾ ਕਰਨਾ ਬੜਾ ਔਖਾ ਹੁੰਦਾ। ਕਮਿਸ਼ਨਰ ਸਾਹਿਬ ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਵੀ ਤਾਂ ਇਨਸਾਨ ਹੈਗਾ ਨਾ, ਪ੍ਰਮਾਤਮਾ ਦਾ ਨਾਮ ਤਾਂ ਉਹ ਵੀ ਲੈਂਦੇ ਹੋਣਗੇ। ਤੇ ਜਦੋਂ ਰਾਤ ਨੂੰ ਰੋਟੀ ਖਾਂਦੇ ਹੋਣਗੇ, ਉਹਨਾਂ ਦੇ ਮਨ 'ਚ ਤਾਂ ਇੱਕ ਵਾਰੀ ਤਾਂ ਆਂਦਾ ਨਾ ਵੀ ਆਪਾਂ ਬੀਬੀ ਨੇ ਧੱਕਾ ਕਰ ਰਹੇ ਹੋ। ਰੋਜ਼ ਸਾਹਮਣਾ ਕਰਨਾ ਪੈਂਦਾ, ਸੱਚ ਦਾ ਸਾਹਮਣਾ ਕਰਨਾ ਬੜਾ ਔਖਾ, ਤੇ ਇਸ ਕਰਕੇ ਬਾਹਰ ਕੱਢਤਾ ਵੀ ਸਾਹਮਣਾ ਨਾ ਹੋਵੇ। ਤੇ ਪਰ ਕਿੰਨੀ ਦੇਰ ਪੋਸਟਰ ਤੁਸੀਂ ਫੜਿਆ ਆਇਆ, ਪੋਸਟਰ ਦਾ ਮਤਲਬ ਕੀ ਹੈ? ਦੇਖੋ ਇੱਥੇ ਲਿਖਿਆ ਸ਼ਰਮ ਦਾ ਘਾਟਾ, ਬੈਂਸ ਪਜਾਮਾ ਪਾਰਟੀ ਦਾ ਪੈ ਗਿਆ ਪਟਾਕਾ। ਪਟਾਕਾ ਹੀ ਹੈ ਨਾ। ਜਿਹੜਾ ਕਹਿੰਦਾ ਹੁੰਦਾ ਸੀ ਮੈਂ ਬੜਾ ਵੱਡਾ ਕ੍ਰਾਂਤੀਕਾਰੀ ਆ, ਜਿਹੜਾ ਕਹਿੰਦਾ ਸੀ ਮੈਂ ਸੱਚਾ ਬਾਕੀ ਸਾਰੇ ਝੂਠੇ, ਅੱਜ ਪਤਾ ਲੱਗ ਗਿਆ ਕਿ ਸਭ ਨਾਲ ਵੱਡਾ ਝੂਠਾ ਆ। ਜਿਹੜਾ ਆਪਣਾ ਡੰਕਾ ਵੱਧ ਜਾਂਦਾ ਨਾ ਕਿ ਮੈਂ ਬੜਾ ਸਹੀ ਆ, ਮੈਂ ਬੜਾ ਸਾਫ਼ ਆ, ਤੇ ਉਹ ਪਤਾ ਲੱਗਦਾ ਉਹ ਸਭ ਨਾਲ ਵੱਡਾ ਪਾਪੀ ਹੈ। ਤੇ ਅੱਜ ਉਸ ਪਾਰਟੀ ਦਾ ਖੁਲਾਸਾ ਕਰ ਰਿਹਾ।
ਆ ਤੁਸੀਂ ਇਹਨਾਂ ਦਾ ਪਹਿਲਾਂ ਵੀ ਦੇਖਿਆ ਸੀ ਕਾਰੇ, ਚਲੋ ਮੈਨੂੰ ਬੋਲਣ 'ਚ ਸ਼ਰਮ ਆਉਂਦੀ, ਧੀਆਂ ਭੈਣਾਂ ਸਾਹਮਣੇ ਬੈਠੀਆਂ। ਅੱਜ ਤੋਂ ਪਹਿਲਾਂ ਜਿੰਨੀ ਵਾਰੀ ਵੀ ਇਹਨੇ 500 2000 ਵਾਲਿਆਂ ਤੇ ਲਾਈਵ ਹੋਇਆ ਸੀਗਾ, ਅੱਜ ਲਾਈਵ ਹੋਣ ਤੋਂ ਡਰ ਕਿਉਂ ਲੱਗਦਾ? ਡਰ ਇਸ ਕਰਕੇ ਲੱਗਦਾ ਉਹਨੂੰ ਪਤਾ, ਕਿਉਂਕਿ ਪਤਾ ਕੀ ਦੇਖੋ ਕੁੰਵਰ ਜੀ, ਤੁਸੀਂ ਪਾਪ ਕੀਤਾ ਹੋਊਗਾ ਨਾ ਤੇ ਤੁਹਾਨੂੰ ਵੀ ਡਰ ਲੱਗੂਗਾ, ਤੇ ਜੇ ਉਹਨੇ ਪਾਪ ਕੀਤਾ ਡਰਨਾ ਤਾਂ ਸੁਭਾਵਿਕ ਹੈ। ਇਹ ਕੋਈ ਕਿਸੇ ਨੂੰ ਅਸੀਂ ਥੋੜਾ ਮਾਰ ਸਕਦੇ ਆ, ਅਸੀਂ ਕਿਸੇ ਨਾਲ ਕੀ ਮਾੜਾ ਕਰ ਸਕਦੇ ਆ? ਆ ਦੇਖ ਲਓ ਸੀਪੀ ਸਾਹਿਬ ਜਾ ਰਹੇ ਆ, ਪਰ ਇਹਨਾਂ ਨੂੰ ਦਿਖਦਾ ਕੁਝ ਨਹੀਂ, ਇਹ ਅੱਜ ਅੱਖਾਂ ਬੰਦ ਕਰਕੇ ਨਿਕਲ ਜਾਂਦੇ, ਇਹ ਮੂੰਹ ਉੱਧਰ ਕਰ ਲੈਂਦੇ ਆ, ਇਹ ਮੂੰਹ ਉੱਧਰ ਇਸ ਕਰਕੇ ਕਰ ਲੈਂਦੇ ਆ ਕਿ ਉਹਨਾਂ ਨੂੰ ਲੱਗੇ ਵੀ ਸ਼ਾਇਦ ਸਾਨੂੰ ਦਿਖ ਨਹੀਂ ਰਿਹਾ, ਜਿੱਦਾਂ ਨਾ ਕਬੂਤਰ ਬਿੱਲੀ ਨੂੰ ਦੇਖ ਕੇ ਅੱਖਾਂ ਬੰਦ ਕਰ ਦਿੰਦਾ, ਤੇ ਪਰ ਕਹਿੰਦੇ ਬਖਸ਼ਿਆ ਨਹੀਂ ਜਾਣਾ। ਅੱਜ ਤੁਸੀਂ ਬਖਸ਼ ਦਿਓਗੇ, ਪਰ ਪ੍ਰਮਾਤਮਾ ਦੀ ਲਾਠੀ 'ਚ ਆਵਾਜ਼ ਨਹੀਂ ਹੁੰਦੀ, ਜਦੋਂ ਪੈਂਦੀ ਹੈ ਬੜੀ ਜ਼ੋਰ ਦੀ ਪੈਂਦੀ। ਅਮਿਤ ਜੀ ਕੀ ਗੱਲ ਹੋ ਗਈ? ਅੱਗੇ ਬੈਂਸ ਸਾਹਿਬ ਸਾਡੇ ਐਮਐਲਏ ਸਾਹਿਬ ਅੱਜ ਉਹਨਾਂ ਦੇ ਖਿਲਾਫ ਹੀ ਆ ਕੇ ਬਹਿ ਗਏ ਹੋ, ਆਪਣੀ ਪਾਰਟੀ ਦੇ ਖਿਲਾਫ ਆ ਕੇ ਬਹਿ ਗਏ, ਕੀ ਗੱਲ ਹੋ ਗਈ? ਅੱਖੀ ਦੇਖੀ ਮੱਖੀ ਕਦੀ ਨਹੀਂ ਖਾਧੀ ਜਾਂਦੀ, ਕਿਉਂਕਿ ਕੁਝ ਦਿਨ ਪਹਿਲਾਂ ਭਈ ਜਿਹੜਾ ਮਾਮਲਾ ਸੀਗਾ ਨਾ, ਭਈ ਸਾਡਾ ਪਰਿਵਾਰਕ ਮਾਮਲਾ ਸੀਗਾ, ਮੇਰੀ ਰੀਅਲ ਸਿਸਟਰ ਦਾ ਸੀਗਾ, ਭਈ ਉਹਨਾਂ ਦੇ ਨਾਲ ਧੱਕਾ ਕੀਤਾ ਗਿਆ, ਭਈ ਇਹਨਾਂ ਦੇ ਦਫ਼ਤਰ ਵਿੱਚ ਹੀ ਫੈਸਲਾ ਹੋਇਆ। ਇੱਕ ਪਾਸੇ ਤਾਂ ਇੱਕ ਕੱਲਾ ਗੁੰਡਾ, ਇੱਕ ਪਾਸੇ ਪਰਿਵਾਰ, ਉਹ ਵੀ ਸੱਚਾਈ, ਪਰ ਬੈਂਸ ਸਾਹਿਬ ਨੇ ਕੋਈ ਇਨਸਾਫ ਨਹੀਂ ਕੀਤਾ। ਉਹ ਸਾਹਮਣੇ ਮਸ਼ਕਰੀਆਂ ਉਡਾਉਂਦਾ ਤੇ ਇੱਕ ਪਰਿਵਾਰ ਰੋਂਦਾ। ਬੈਂਸ ਸਾਹਿਬ ਨੂੰ ਉਹ ਨਜ਼ਰ ਨਹੀਂ ਆਇਆ। ਉੱਥੋਂ ਮੇਰੀ ਜ਼ਮੀਰ ਜਾਗੀ ਆ, ਤੇ ਉੱਥੋਂ ਮੈਨੂੰ ਪਤਾ ਲੱਗਿਆ ਵੀ ਇਸ ਬੀਬੀ ਨਾਲ ਵੀ ਇਹੀ ਕੁਝ ਹੋ ਰਿਹਾ। ਦੇਖੋ, ਜੇ ਅੱਗ ਲੱਗੀ ਨਾ ਹੋਵੇ ਤੇ ਧੂਆਂ ਨਹੀਂ ਨਿਕਲਦਾ ਹੁੰਦਾ, ਜੇ ਅੱਗ ਲੱਗੀ ਤਾਂ ਹੀ ਧੂਆਂ ਉੱਠਿਆ। ਜੇ ਬੈਂਸ ਸਾਹਿਬ ਸੱਚੇ ਨੇ ਤੇ ਅਸੀਂ ਵੀ ਕਹਿੰਦੇ ਆ, ਚਲੋ ਅਸੀਂ ਵੀ ਪਾਰਟੀ 'ਚ ਸੀਗੇ, ਅਸੀਂ ਕਹਿੰਦੇ ਸੀ ਬੈਂਸ ਸਾਹਿਬ, ਪਰ ਪਰਿਵਾਰ ਦੇ ਵਿੱਚ ਵੜ ਕੇ ਹੀ ਪਰਿਵਾਰ ਦੇ ਮੈਂਬਰਾਂ ਦੇ ਤੇ ਮੁਖੀ ਦਾ ਪਤਾ ਲੱਗਦਾ ਵੀ ਮੁਖੀ ਕਿੱਦਾਂ ਦਾ। ਲੋਕ ਇਨਸਾਫ ਪਾਰਟੀ ਦਾ ਕੋਈ ਨਾਤਾ ਨਹੀਂ ਛੱਡਤੀ? ਬਿਲਕੁਲ ਨਹੀਂ ਜੀ, ਮੇਰੀ ਸਾਰੀ ਟੀਮ ਜਿੰਨੀ ਵੀ ਸੀਗੀ ਸਾਰੀ ਅਸੀਂ ਲੋਕ ਇਨਸਾਫ ਪਾਰਟੀ ਨੂੰ ਛੱਡ ਦਿੱਤਾ, ਵੀ ਅਸੀਂ ਇਹਦਾ ਪੱਲਾ ਝਾੜ ਹੀ ਦਿੱਤਾ, ਖਤਮ ਕਰਤਾ ਇਹਦੇ ਨਾਲ ਨਾਤਾ, ਕੋਈ ਵੀ ਨਾਤਾ। ਬਲਕਿ ਸਾਡਾ ਕਿਸੇ ਵੀ ਪਾਰਟੀ ਨਾਲ ਸਮਝੌਤਾ ਨਹੀਂ ਹੈਗਾ, ਵੀ ਜੇ ਅਸੀਂ ਕਹੀਏ ਵੀ ਕਾਂਗਰਸ ਜਾਂ ਆਮ ਆਦਮੀ ਪਾਰਟੀ ਜਾਂ ਕਿਸੇ ਇਦਾਂ ਕਿਸੇ ਪਾਰਟੀ ਨਾਲ ਸਾਡਾ ਕੋਈ ਸਮਝੌਤਾ ਨਹੀਂ ਹੈਗਾ। ਬਾਕੀ ਜਿਹੜਾ ਲੋਕ ਇਨਸਾਫ ਪਾਰਟੀ ਦੇ ਵਿੱਚ ਹੈਗੇ ਸੀ, ਅਸੀਂ ਉਹਨਾਂ ਨਾਲ ਵੀ ਬਾਈਕਾਟ ਕਰਤਾ, ਕਿਉਂਕਿ ਇਸ ਜਿਹੜੀ ਗੁਰਦੀਪ ਕੌਰ ਲੇਡੀਜ਼ ਬੈਠੀ ਆ, ਇਹਨੂੰ ਇਨਸਾਫ ਦਿੱਤਾ ਜਾਵੇ, ਤਾਂ ਅੱਜ ਅਸੀਂ ਇਹਨੂੰ ਸਮਰਥਨ ਦਿੱਤਾ ਵਾ। ਬਾਕੀ ਜਿਹੜਾ ਤੁਸੀਂ ਪਾਰਟੀ ਦੀ ਗੱਲ ਕਰਦੇ ਹੋ, ਲੋਕ ਇਨਸਾਫ ਪਾਰਟੀ ਦੀ, ਮੈਂ ਸੀਨੀਅਰ ਮੀਤ ਪ੍ਰਧਾਨ ਲੁਧਿਆਣਾ ਤੋਂ ਮੈਂ ਅਸਤੀਫਾ ਦੇ ਰਿਹਾ ਲੋਕ ਇਨਸਾਫ ਪਾਰਟੀ ਤੋਂ। ਮੇਰੇ ਨਾਲ ਜਨਰਲ ਸੈਕਟਰੀ ਨੇ ਆਪਣਾ ਲੁਧਿਆਣੇ ਦੇ ਅਮਰਜੀਤ ਸਿੰਘ ਸੈਣੀ, ਇਹ ਵੀ ਅਸਤੀਫਾ ਦੇ ਦਿੱਤਾ। ਬਾਕੀ ਜਿਹੜੇ ਸਾਡੇ ਹੋਰ ਸਾਥੀ ਸੀ ਸਾਰਿਆਂ ਨੇ ਅਸਤੀਫਾ ਦੇ ਦਿੱਤਾ ਇਸ ਪਾਰਟੀ ਤੋਂ। ਤੁਸੀਂ ਕਹਿ ਰਹੇ ਹੋ ਵੀ ਲੇਡੀ, ਹੁਣ ਤੁਸੀਂ ਕਹਿ ਰਹੇ ਹੋ ਵੀ ਧੱਕਾ ਆਇਆ, ਪਰ ਉਦੋਂ ਜਦੋਂ ਲੋਕ ਇਨਸਾਫ ਪਾਰਟੀ ਸੀ ਉਦੋਂ ਤੁਹਾਨੂੰ ਧੱਕਾ ਨਹੀਂ ਦਿਖਿਆ, ਉਦੋਂ ਤੁਸੀਂ ਨਹੀਂ ਆਏ? ਦੇਖੋ ਮੇਰੀ ਗੱਲ ਸੁਣੋ, ਸਿਆਣੇ ਕਹਿੰਦੇ ਨਾ, ਅੱਖਾਂ ਦੇਖਿਆ ਹੀ ਪਤਾ ਲੱਗਦਾ, ਕੰਨੀ ਸੁਣਿਆ ਹੀ ਪਤਾ ਲੱਗਦਾ। ਵਿਸ਼ਵਾਸ ਉਹਦਾ ਕਰਨਾ ਚਾਹੀਦਾ ਜਿਹਨੇ ਅੱਖਾਂ ਦੇਖਿਆ ਹੋਵੇ ਤੇ ਕੰਨੋਂ ਸੁਣਿਆ ਹੋਵੇ। ਜਦ ਮੈਂ ਅੱਖੀ ਦੇਖ ਲਿਆ ਤੇ ਕੰਨੋਂ ਸੁਣ ਲਿਆ, ਹੁਣ ਹੀ ਮੈਨੂੰ ਯਕੀਨ ਆ ਨਾ ਵੀ ਹਾਂ ਯਾਰ ਵਾਕਿਆ ਧੱਕਾ ਹੋਇਆ, ਤੇ ਸੋ ਮੈਂ ਅੱਜ ਨਿਰਣਾ ਕੀਤਾ ਵੀ ਪਾਰਟੀ ਨੂੰ ਛੱਡਿਆ ਜਾਵੇ। ਜਿਸ ਬੰਦੇ ਨੇ ਐਸਾ ਖਲੋਣੀ ਹਰਕਤ ਮੇਰੀ ਅੱਖਾਂ ਦੇ ਸਾਹਮਣੇ ਕੀਤੀ ਆ, ਇੱਕ ਪਰਿਵਾਰ ਨੂੰ ਫਟਕਾਰ ਮਾਰ ਕੇ ਇੱਕ ਗੁੰਡੇ ਦਾ ਸਾਥ ਦਿੱਤਾ, ਤੇ ਉਹ ਤੁਸੀਂ ਆਪ ਦੱਸੋ ਇਸ ਨਾਲ, ਇਹ ਔਰਤ ਨਾਲ ਖਲੋਣੀ ਹਰਕਤ ਕਰ ਨਹੀਂ ਸਕਦਾ। ਸੋ ਇਸ ਲਈ ਮੈਂ ਅੱਜ ਇਹਨੂੰ ਫਟਕਾਰ ਮਾਰ ਕੇ ਇਸ ਲੇਡੀਜ਼ ਨਾਲ ਸਹਿਮਤ ਹਾਂ, ਪੂਰਾ ਸਟੈਂਡ ਹਾਂ। ਬਾਕੀ ਜੋ ਮਰਜ਼ੀ ਹੋਵੇ, ਬਾਕੀ ਐਮਐਲਏ ਇਲੈਕਸ਼ਨ ਆਉਣੇ ਹੀ ਨੇ, ਆਤਮਨਗਰ ਵਿੱਚ ਪਤਾ ਲੱਗ ਹੀ ਜਾਣਾ ਵੀ ਇਸ ਵਾਰ ਐਮਐਲਏ ਕੌਣ ਆ, ਕੀ ਬਣਦਾ ਕੀ ਨਹੀਂ ਹੁੰਦਾ। ਵੀ ਫਿਰ ਵੋਟਾਂ ਦੀ ਗੱਲ ਕਰ। ਬਿਲਕੁਲ ਜੀ, ਇਸ ਵਾਰ ਐਮਐਲਏ ਨਹੀਂ ਬਣੂਗਾ ਆਤਮਨਗਰ ਤੋਂ ਬੈਂਸ। ਮੇਰੀ ਇਹ ਚੇਤਾਵਨੀ ਵੀ ਹੈ, ਖੁੱਲ ਕੇ ਸੱਦਾ ਵੀ ਹੈ। ਬਾਕੀ ਜਿੱਥੇ ਕਹਿ ਰਹੇ ਨਾ ਵੀ ਮੈਂ ਵਿੱਚ ਸੁਣਨ 'ਚ ਵੀ ਆਇਆ ਵੀ ਐਤਕੀ ਐਮਐਲਏ ਆਤਮਨਗਰ ਤੋਂ ਨਹੀਂ ਲੜਨਗੇ, ਬਾਕੀ ਕਿਤੇ ਵੀ ਲੜਨਗੇ ਮੈਂ ਉੱਥੇ ਵੀ ਇਹਨਾਂ ਦੇ ਅਗੇਂਸਟ ਖੜਾਂਗਾ। ਪਰ ਇਹ ਤਾਂ ਸੱਚੇ, ਹਰ ਜਿਹੜੀ ਇਹਨਾਂ ਦੀ ਇਮੇਜ ਆ, ਜਿਹੜੇ ਇਹਨਾਂ ਦੇ ਫੋਲੋਵਰਸ ਨੇ ਜਾਂ ਜਿਹੜੇ ਇਹਨਾਂ ਦੀ ਪਾਰਟੀ ਦੇ ਲੋਕ ਨੇ, ਉਹ ਕਹਿੰਦੇ ਆ ਸੱਚਾ ਬੈਂਸ, ਇਮਾਨਦਾਰ ਬੈਂਸ। ਇਹੋ ਜਿਹੀਆਂ ਗੱਲਾਂ ਤੁਸੀਂ ਵੀ, ਇਹੋ ਜਿਹੇ ਸਲੋਗਨ ਤੁਸੀਂ ਵੀ, ਇਹੋ ਜਿਹੀਆਂ ਟਾਈਟਲਸ ਤੁਸੀਂ ਵੀ ਪੜ੍ਹੇ ਹੋਣਗੇ। ਭਾਜੀ ਮੈਂ ਤੁਹਾਨੂੰ ਨਾ ਗੱਲ ਦੱਸਦਾ ਵੀ ਚਲੋ ਮੈਂ ਕਹਿੰਦਾ ਇੱਕ ਆਫਿਸ ਸੈਕਟਰੀ ਜਿਹਨੂੰ 16 ਸਾਲ ਹੋ ਗਏ ਬਿਨਾਂ ਤਨਖਾਹ ਤੋਂ ਕੰਮ ਕਰਦਾ ਸੀਗਾ, ਹੁਣ ਸਾਲ 6 ਮਹੀਨਿਆਂ ਤੋਂ ਤਨਖਾਹ ਦੇਣੀ ਸ਼ੁਰੂ ਕੀਤੀ, ਉਹਨੇ ਵੀ ਛੱਡਤਾ। ਆਫਿਸ ਸੈਕਟਰੀ ਸੀਗਾ ਜਿਹੜਾ 16 ਸਾਲ ਤੋਂ, ਇੱਕ ਸੋਸ਼ਲ ਮੀਡੀਆ ਵੀ ਵਿਚਾਰਾ ਕਰਦਾ ਸੀ, ਉਹਨੇ ਵੀ ਛੱਡਤਾ। ਉਹ ਵੀ ਮਾੜਾ। ਬੈਂਸ ਸਾਹਿਬ ਨੂੰ ਤਾਂ ਜਿਹੜਾ ਛੱਡ ਜਾਵੇ, ਬੈਂਸ ਸਾਹਿਬ ਉਹਨੂੰ ਕਹਿ ਦਿੰਦੇ ਇਹ ਮਾੜਾ ਪਰ ਚੰਗਾ ਤਾਂ ਤੂੰ ਹੀ ਰਹਿ ਗਿਆ। ਠੀਕ ਹੈ ਕਿ ਨਹੀਂ? ਇਹ ਗੱਲ ਇਹ ਤਾਂ ਹੁਣ ਦੇਖੋ, ਸੱਚਾਈ ਤਾਂ ਸਾਹਮਣੇ ਆਉਣੀ ਆ, ਅੱਜ ਆਵੇ ਕੱਲ ਆਵੇ। ਠੀਕ ਹੈ ਨਾ, ਕਹਿੰਦੇ ਨਾ ਭਈ ਜਿਹੜੀ ਹਨੇਰੀ ਰਾਤ ਆ ਥੋੜੇ ਦਿਨ ਹੀ ਰਹਿੰਦੀ ਆ, ਬਾਕੀ ਚਾਨਣ ਤਾਂ ਹੋਣਾ ਹੀ ਆ ਹੋ ਹੀ ਜਾਣਾ, ਤੁਹਾਡੇ ਸਾਹਮਣੇ ਹੀ ਆ 2-4 ਦਿਨਾਂ ਨੂੰ। ਹਰੀਸ਼ ਰਾਏ ਢਾਂਡਾ ਜੀ,
ਸੀਨੀਅਰ ਵਕੀਲ ਹੋ, ਬਾਰ ਕੌਂਸਲ ਦੇ ਪ੍ਰੈਜ਼ੀਡੈਂਟ ਵੀ ਰਹੇ ਹੋ, ਇਨਵੈਸਟੀਗੇਸ਼ਨ ਕੀ ਗੱਲ ਤੁਹਾਨੂੰ ਪਸੰਦ ਨਹੀਂ ਆ ਰਹੀ? ਲੁਧਿਆਣਾ ਪ੍ਰਸ਼ਾਸਨ ਤਾਂ ਕਹਿ ਰਿਹਾ ਅਸੀਂ ਬੜੀ ਵਧੀਆ ਇਨਵੈਸਟੀਗੇਸ਼ਨ ਕਰ ਰਹੇ ਹਾਂ, ਇਹਨਾਂ ਦੇ ਬਿਆਨ ਵੀ ਲਿੱਤੇ ਜਾ ਰਹੇ ਨੇ, ਇਹਨਾਂ ਨੂੰ ਜੋ ਹੈ ਹੱਕ ਵੀ ਮਿਲੇਗਾ ਇਹਨਾਂ ਦਾ। ਕਾਨੂੰਨ ਇਸ ਕੇਸਾਂ 'ਚ ਕੀ ਕਹਿੰਦਾ ਹੈ? ਕਾਨੂੰਨ ਇਹ ਕਹਿੰਦਾ ਹੈ, ਕੱਲਾ ਮੈਂ ਨਹੀਂ ਕਹਿੰਦਾ, ਸੁਪਰੀਮ ਕੋਰਟ ਦੇ 5 ਜੱਜਾਂ ਦਾ ਫੈਸਲਾ ਹੈ ਤੇ ਉਹਨਾਂ ਨੇ ਇਹ ਕਿਹਾ ਜਿਹੜੀ ਪੁਲਿਸ ਨਹੀਂ ਮੰਨੂਗੀ ਉਹ ਅਵਮਾਨਨਾ ਹੋਊਗੀ। ਉਹ ਇਹ ਕਹਿੰਦੇ ਹੈ ਕਿ ਇਸ ਕੇਸ ਦੇ ਵਿੱਚ ਤੁਸੀਂ ਕੋਈ ਇਨਕੁਆਇਰੀ ਕੰਡਕਟ FIR ਕੀਤੇ ਬਿਨਾਂ ਨਹੀਂ ਕਰ ਸਕਦੇ। ਤੁਸੀਂ ਐਪਲੀਕੇਸ਼ਨ ਪੜ੍ਹਨੀ ਹੈ, ਪੜ੍ਹ ਕੇ ਦੇਖਣਾ ਹੈ ਕਿ ਕੀ ਇਲਜ਼ਾਮ ਲਾਇਆ ਹੈ, ਉਹ ਕੀ ਗੁਨਾਹ ਬਣਦਾ ਹੈ, ਉਹ ਗੁਨਾਹ ਲਿਖ ਕੇ ਤੁਸੀਂ FIR ਹੋਣ 'ਚ ਲੈ ਆਓ। ਫਿਰ ਉਹ ਇਹ ਵੀ ਕਹਿੰਦੇ ਹੈ ਕਿ ਮੁਲਜ਼ਮ ਦੇ ਨਾਲ ਕੋਈ ਧੱਕਾ ਨਹੀਂ ਹੈ, ਕਿਉਂਕਿ ਪੁਲਿਸ ਜੇ ਸਮਝੇ ਕਿ ਹਲੇ ਤੱਥਾਂ ਬਾਰੇ ਅਸੀਂ ਜਾਣਕਾਰੀ ਲੈਣੀ ਹੈ, ਉਹਨਾਂ ਨੂੰ ਮੁਲਜ਼ਮ ਨੂੰ ਅਰੈਸਟ ਕਰਨ ਦੀ ਲੋੜ ਨਹੀਂ ਹੈ। ਤੇ ਜੇ ਪੁਲਿਸ ਸਮਝੇ ਝੂਠਾ ਹੈ ਤਾਂ ਉਹ ਕੇਸ ਕੈਂਸਲ ਕਰ ਸਕਦੀ ਹੈ। ਜੇ ਪੁਲਿਸ ਨੂੰ ਲੱਗੇ ਕੇਸ ਸੱਚਾ ਹੈ ਤਾਂ ਮੁਲਜ਼ਮ ਨੂੰ ਫੜ ਕੇ ਕਾਰਵਾਈ ਹੋਣ 'ਚ ਲਿਆ ਸਕਦੀ ਹੈ। ਉਹਨਾਂ ਦਾ ਇਹ ਕਹਿਣਾ ਹੈ ਕਿ ਜਿੱਦਾਂ ਵੀ ਕੋਈ ਇਨਕੁਆਇਰੀ ਪੁਲਿਸ ਕਰਦੀ ਹੈ ਕੇਸ ਰਜਿਸਟਰ ਹੋਣ ਤੋਂ ਪਹਿਲਾਂ, ਉਹ ਇਲੀਗੈਲਿਟੀ ਹੈ। ਹੁਣ ਇਹਦੇ ਤੋਂ ਅੰਦਾਜ਼ਾ ਲੱਗ ਗਿਆ ਤੁਹਾਨੂੰ? ਇਹ ਜਿਹੜੇ ਬੋਲਦੇ ਆ ਨਾ ਅੰਦਰ ਬੈਠ ਕੇ, ਇਹਨਾਂ ਨੂੰ ਕਹੋ ਪਿੰਜਰੇ 'ਚ ਪਾਏ ਹੋਏ ਤੋਤੇ ਹੋ ਤੁਸੀਂ, ਤੋਤੇ। ਇਹ ਤੁਸੀਂ ਨਹੀਂ ਬੋਲਦੇ, ਇਹ ਆਸ਼ੂ ਬੋਲਦਾ ਹੈ, ਇਹ ਬੈਂਸ ਬੋਲਦਾ ਹੈ, ਤੁਸੀਂ ਉਹਨਾਂ ਦੀਆਂ ਬੋਲੀਆਂ ਬੋਲਦੇ ਹੋ। ਕਮਿਸ਼ਨਰ ਸਾਹਿਬ ਨੂੰ ਤੁਸੀਂ ਸਵਾਲ ਕਰੋ ਕਿ ਕਮਿਸ਼ਨਰ ਸਾਹਿਬ, ਮੈਂ ਵੀ ਮੰਗੀ RTI, ਦੇ ਨਹੀਂ ਰਹੇ, ਕਿ ਜਿੱਦਣ ਦੀ ਤੁਸੀਂ ਗੱਦੀ ਤੇ ਬਿਰਾਜਮਾਨ ਹੋਏ ਹੋ, ਸਜੇ ਹੋ ਇੱਥੇ, ਉਦੋਂ ਦੇ ਕਿੰਨੇ FIR ਰੇਪ ਦੀਆਂ ਰਜਿਸਟਰ ਹੋਈਆਂ ਲੁਧਿਆਣੇ 'ਚ, ਤੇ ਕਿੰਨਿਆਂ 'ਚ ਤੁਸੀਂ ਇਹ ਇਨਕੁਆਇਰੀ ਕੀਤੀ, ਜਿਹੜੀ ਇਨਕੁਆਇਰੀ ਕਰ ਰਹੇ ਹੋ? ਮੈਂ ਪੁੱਛ ਲੈਣ, ਜਵਾਬ ਦੇ ਦੇਣ। ਗੂੰਗੇ ਬਣ ਜਾਣਗੇ, ਜਵਾਬ ਨਹੀਂ ਦੇਣਗੇ ਤੁਹਾਨੂੰ। ਇਹ ਇੱਕ FIR ਡੱਬੇ ਥਾਣੇ ਦੀ 2 ਮਹੀਨੇ ਪਹਿਲਾਂ ਹੋਈ ਆ, ਮੈਂ ਲਿਜਾ ਕੇ ਲਿਸ਼ਕਾ ਕੇ ਦਿਖਾਈ ਹੈ ਕਿ ਇਹ ਕੁੜੀ ਸਿੱਧੀ ਗਈ ਥਾਣੇ ਤੇ FIR ਹੋ ਗਈ ਤੇ ਹੋ ਕੇ ਬੰਦਾ ਵੀ ਫੜ ਲਿਆ ਤੁਸੀਂ, ਜਦ ਕਿ ਉਹਦੇ 'ਚ ਲਿਵ ਇਨ ਰਿਲੇਸ਼ਨਸ਼ਿਪ ਸੀ। ਉਹਦੇ 'ਚ ਇਨਕੁਆਇਰੀ ਕਰੇ ਬਿਨਾਂ ਫੜਨਾ ਨਹੀਂ ਸੀ ਚਾਹੀਦਾ। ਕੁੜੀ ਕਹਿ ਰਹੀ ਹੈ ਕਿ ਕਈ ਸਾਲਾਂ ਦਾ ਮੇਰੇ ਨਾਲ ਰਹਿ ਰਿਹਾ, ਮੈਨੂੰ ਕਹਿੰਦੇ ਵਿਆਹ ਕਰਾਉਂ, ਮੈਂ ਵਿਆਹ ਨਹੀਂ ਕਰਾਇਆ। ਉਹ ਡਿਲੂਟਡ ਕੇਸ ਹੈ, ਇੱਥੇ ਜਬਰ ਜਨਾਹ ਹੈ, ਇੱਥੇ ਇਨਕੁਆਇਰੀ ਕਰ ਰਹੇ ਹੈ। ਉਹਦਾ ਜਵਾਬ ਦੇਣ ਕਮਿਸ਼ਨਰ ਸਾਹਿਬ ਕਿ ਕਿੰਨਿਆਂ 'ਚ ਇਨਕੁਆਇਰੀ ਕੀਤੀ। ਕਮਿਸ਼ਨਰ ਸਾਹਿਬ ਨੂੰ ਪੁੱਛੋ ਕਿ ਤੁਹਾਨੂੰ ਕੰਟੈਂਪਟ ਨੋਟਿਸ ਆਇਆ ਕਿ ਨਹੀਂ ਆਇਆ, ਕਿ ਤੁਸੀਂ ਸੁਪਰੀਮ ਕੋਰਟ ਜਜਮੈਂਟ ਦੀ ਉਲੰਘਣਾ ਕਰ ਰਹੇ ਹੋ। ਤੁਸੀਂ ਜਵਾਬ ਦਿੱਤਾ? ਇਹਨਾਂ ਨੂੰ ਪੁੱਛੋ, ਇਸ ਔਰਤ ਨੇ ਆਪਣੇ ਬਿਆਨਾਂ ਦੇ ਵਿੱਚ ਲਿਖ ਕੇ ਜਜਮੈਂਟ ਸੁਪਰੀਮ ਕੋਰਟ ਦੀਆਂ ਭੇਜੀਆਂ ਤੁਹਾਨੂੰ, ਇਹ ਕਿਹਾ ਕਿ ਤੁਸੀਂ ਮੈਨੂੰ ਬਾਰ-ਬਾਰ ਬੋਲ ਕੇ ਮੇਰੇ ਬਿਆਨ ਇਨਕੁਆਇਰੀ ਦੇ ਬਹਾਨੇ ਲਿਖ ਦਿਓ ਜਿਹੜੇ ਲਿਖ ਨਹੀਂ ਸਕਦੇ, ਪਰ ਮੈਂ ਫੇਰ ਵੀ ਆਉਂਗੀ, ਬਿਆਨ ਦੇ ਕੇ ਜਾਊਂਗੀ। ਫਿਰ ਇਹਨੇ ਇਹ ਵੀ ਲਿਖਿਆ, ਅਸ਼ਵਨੀ ਪਟਿਆਲੂ ਨੇ ਦਰਖਾਸਤ ਦਿੱਤੀ, ਤੂੰ ਮੇਰੇ ਬਿਆਨ ਨਹੀਂ ਲੈ ਸਕਦੀ। ਉਹ ਕਹਿੰਦਾ ਨਹੀਂ, ਮੈਨੇ ਲੈਣੇ। ਉਹਨੇ ਜਰਾ ਕੀਤੀ ਇਹਦੀ, ਉਹ ਜਰਾ ਕਰ ਨਹੀਂ ਸਕਦੀ। ਪੀੜਿਤ ਨੂੰ ਇਹ ਨਹੀਂ ਕਹਿ ਸਕਦੀ ਕਿ ਤੂੰ ਕਿਤੇ ਮਿਲੀ ਭੁਗਤ ਦੇ ਨਾਲ ਤਾਂ ਨਹੀਂ ਸੀ, ਤੇਰਾ ਕੰਸੈਂਸ਼ੂਅਲ ਤਾਂ ਨਹੀਂ ਸੀ। ਇਹ ਸਵਾਲ ਕੀਤੇ ਉਹਨੇ, ਸਵਾਲ ਆਪ ਨਹੀਂ ਕੀਤੇ, ਸਵਾਲ ਆਪਣੇ ਰੀਡਰ ਤੋਂ ਕਰਾਏ, ਮਰਦ ਤੋਂ। ਆਪ ਦੂਜੇ ਬੈਠੇ ਟੈਲੀਫੋਨ ਤੇ ਮੁਲਜ਼ਮਾਂ ਤੋਂ ਲੈਂਦੀ ਹੋਣੀ ਹੈ ਨਾ ਸਲਾਹ, ਆਸ਼ੂ ਜੀ ਕਿਆ ਬੋਲੂੰ, ਇਹ ਜਵਾਬ ਦੇ ਦਿਆ। ਫਿਰ ਆਸ਼ੂ ਜੀ ਕਹਿੰਦੇ ਉਹਨੇ ਇਹ ਜਵਾਬ ਕਾਟ ਦੋ, ਫਿਰ ਕੱਟ ਦਿੰਦੀ ਸੀ, ਫਿਰ ਅਗਲਾ ਪੁੱਛਦੀ ਸੀ। ਇਹ ਲਾਹਨਤ ਹੈ ਇਸ ਪੁਲਿਸ ਤੇ। ਇਹਨਾਂ ਦਾ ਇੱਕ ਕਹਿਣਾ, ਇਹਨੂੰ ਕਹੋ ਜੀ, ਤੁਸੀਂ ਕਹਿੰਦੇ ਹੋ ਨਾ ਅਸੀਂ ਇਨਕੁਆਇਰੀ ਕਰ ਰਹੇ ਹਾਂ, ਤੁਸੀਂ ਐਡਵੋਕੇਟ ਜਨਰਲ ਤੋਂ ਰਿਪੋਰਟ ਲੈ ਲਓ, ਅਸੀਂ ਇਨਕੁਆਇਰੀ ਕਰ ਸਕਦੇ ਹਾਂ। ਅਸੀਂ ਸ਼ਾਂਤ ਹੋ ਕੇ ਘਰ ਬਹਿ ਜਾਵਾਂਗੇ। ਲੈ ਲੈਣ, ਅੱਜ ਲਿਖ ਕੇ ਭੇਜ ਦੇਣ AG ਤੋਂ, ਐਡਵੋਕੇਟ ਜਨਰਲ ਨੂੰ ਕਹਿਣ ਕਿ ਅਸੀਂ ਇਨਕੁਆਇਰੀ ਕਰ ਸਕਦੇ ਹਾਂ, ਨਹੀਂ ਕਰ ਸਕਦੇ। ਅੱਜ ਕਹਿਣ ਲਲਿਤਾ ਕੁਮਾਰੀ ਵਾਲਾ ਜਿਹੜਾ ਕੇਸ ਹੈ ਉਹਦੀ ਤੁਸੀਂ ਉਲੰਘਣਾ ਕਰ ਸਕਦੇ ਹੋ, ਨਹੀਂ ਕਰ ਸਕਦੇ। ਇਹ ਤਾਂ ਮਾਫ ਕਰਨਾ, ਬੜੇ ਦੁੱਖ ਨਾਲ ਕਹਿਣਾ ਚਾਹੁੰਦਾ, ਨਾ ਤਾਂ ਇਹਨਾਂ ਨੂੰ ਆਪਣੀ ਪੋਸਟ ਦੀ ਸ਼ਰਮ ਹੈ, ਨਾ ਆਪਣੀ ਵਰਦੀ ਦੀ ਸ਼ਰਮ ਹੈ, ਨਾ ਮੋਢਿਆਂ ਤੇ ਲਾਏ ਸਤਾਰੇ ਤੇ ਸ਼ੇਰ ਦੀ ਸ਼ਰਮ ਹੈ, ਨਾ ਇਹਨਾਂ ਨੂੰ ਇੱਕ ਹਿੰਦੁਸਤਾਨ ਦੇ ਸੰਵਿਧਾਨ ਦੇ ਅੰਦਰ ਕੀ ਲਿਖਿਆ ਹੈ, ਤੁਹਾਡੀ ਡਿਊਟੀ ਕੀ ਹੈ, ਨਾ ਉਹਦੀ ਸ਼ਰਮ ਹੈ। ਇਹਨਾਂ ਨੂੰ ਮੈਂ ਕਹਿਣਾ ਚਾਹੁੰਦਾ, ਰੱਬ ਦੇ ਵਾਸਤੇ ਨਿਕਲਿਓ ਬਾਹਰ। ਵੇਚੀ ਹੋਈ ਤੇ ਵਿਕੀ ਹੋਈ ਆਤਮਾ ਨੂੰ ਬਾਹਰ ਕੱਢ ਲਓ, FIR ਕਰ ਦਿਓ। ਕਰਨੀ ਪੈਣੀ ਹੈ, ਤੁਸੀਂ 3 ਮਹੀਨੇ ਡਿਲੇ ਕਰ ਲਿਆ। ਮੈਂ ਕਹਿ ਕੇ ਆਇਆ ਡਿਪਟੀ ਕਮਿਸ਼ਨਰ ਨੂੰ, 3 ਸਾਲ ਮੈਂ ਕਿਹਾ ਇਨਕੁਆਇਰੀ ਕਰ ਲੈ। ਕਹਿੰਦਾ ਜਿਹਨੇ ਬਿਆਨ ਨਹੀਂ ਦੇਣਾ ਹੋਵੇ ਮੈਂ ਕਿਉਂ ਨਹੀਂ ਆਊਗੀ, ਬਾਹਰ ਬੈਠੀ ਹੈ, ਬੁਲਾ ਲਓ, ਬਿਆਨ ਦਊਗੀ। ਪਰ ਤੁਸੀਂ ਕਿੱਥੇ ਐਵੀਡੈਂਸ ਕਲੈਕਟ ਕੀਤਾ ਹੈ? ਕਹਿੰਦਾ ਜੀ ਇਹਨੇ ਦਿੱਤਾ ਨਹੀਂ। ਮੈਂ ਕਿਹਾ ਤੁਸੀਂ FIR ਕੀਤੀ? ਤੁਸੀਂ FIR ਦੇ ਬਾਅਦ ਇਹਦੇ ਤੋਂ ਟੈਲੀਫੋਨ ਸੈੱਟ ਲੈ ਸਕਦੇ ਹੋ, ਪਹਿਲਾਂ ਕਿਵੇਂ ਲਓਗੇ? ਉਹ ਦੇਣ ਨੂੰ ਤਿਆਰ ਹੈ। ਤੁਸੀਂ ਮੁਲਜ਼ਮਾਂ ਦੇ ਟੈਲੀਫੋਨ ਸੈੱਟ, ਕਹਿੰਦਾ ਜੀ ਉਹ FIR ਦੇ ਬਾਅਦ ਲਵਾਂਗੇ। ਮੈਂ ਕਿਹਾ FIR ਕਰੋ ਨਾ, ਟੈਲੀਫੋਨ ਸੈੱਟ ਲਓ ਨਾ। ਪੈਸਾ ਨੇ ਡਿਸਟਰੋਏ ਕਰਤੇ ਹੋਣੇ ਹੁਣ ਤੱਕ, ਇਹਨਾਂ ਨੂੰ ਪਤਾ ਹੋਣਾ ਡਿਸਟਰੋਏ ਹੋ ਗਏ, ਕਿਉਂਕਿ ਕਾਲ ਡਿਟੇਲ ਕਢਾਣਗੇ, ਉਹਦੇ 'ਚ EMI ਨੰਬਰ ਆ ਜਾਂਦਾ, ਫਟ ਪਤਾ ਲੱਗ ਜਾਓ ਟੈਲੀਫੋਨ ਹੈ ਕਿ ਨਹੀਂ। ਉਹ ਤਾਂ ਡਿਸਟਰੋਏ ਹੋ ਗਿਆ ਆਲਰੇਡੀ। ਜਿੰਨੇ CCTV ਕਵਰੇਜ ਸੀਗੀ ਪੈਸਾ ਦੇ ਘਰ ਦੇ ਇਰਦ ਗਿਰਦ ਦੀ, ਜਿੱਥੇ ਜਰਾ ਕੇ ਡਰਾਇਆ ਧਮਕਾਇਆ, ਇਹਦੇ ਘਰ ਦੇ ਪੈਸਾ ਦਾ ਭਰਾ ਵੱਡਾ ਜਾ ਕੇ 10 ਟੈਲੀਫੋਨ ਕੀਤੇ, ਇਹਨੂੰ ਆਇਆ, ਇਹਨੂੰ ਕਿਡਨੈਪ ਕਰਨ ਲਈ ਗਿਆ, ਫਿਰ ਫੜੇ, ਫਿਰ ਮਿੰਨਤਾਂ ਕੰਪਲੇਂਟ ਨਾ ਕਰ। ਉਹ ਐਵੀਡੈਂਸ ਕਿਉਂ ਨਹੀਂ ਇਕੱਠਾ ਕੀਤਾ? ਪੁਲਿਸ ਦੀ ਜ਼ਿੰਮੇਵਾਰੀ ਨਹੀਂ ਬਣਦੀ? ਐਵੀਡੈਂਸ ਹੀ ਜੇ ਤੁਸੀਂ ਕਹਿ ਰਹੇ ਹੋ ਖਤਮ ਹੋ ਗਏ, ਫਿਰ
ਹੈਗੇ ਖੜੀ ਹੈ ਇਹਦਾ ਟੈਲੀਫੋਨ ਸੈੱਟ ਚੋਂ ਰਿਟਰੀਵ ਹੋਊਗਾ ਜਾਊਗਾ ਕਿੱਥੇ ਇਹਦੇ ਟੈਲੀਫੋਨ ਸੈੱਟ ਚੋਂ ਬਾਹਰ ਨਿਕਲੂਗਾ ਬੈਂਸਾਂ ਦੇ ਕਰ ਲਏ ਨਹੀਂ ਹੋਏ ਇਹਦੇ ਤੋਂ ਵੀ ਮੰਗਦੇ ਆ ਸੈੱਟ ਡਿਸਟਰੋਏ ਕਰਨ ਲਈ ਪਰ FIR ਕਰਨਗੇ ਤਾਂ ਦੇਊਗੀ ਇਹ ਕਿੱਥੇ ਜਾਊਗਾ ਇਹਦੇ WhatsApp ਮੈਸੇजेस ਹੈ ਜਿਹੜਾ ਬੁਲਾਉਂਦਾ ਸੀ ਇਹਦਾ ਭਰਾ ਕਹਿੰਦਾ ਸੀ ਮੁਖੜਾ ਤਾਂ ਦਿਖਾ ਦਿਓ ਆਪਣਾ ਚਿਹਰਾ ਤਾਂ ਦਿਖਾ ਦਿਓ ਬੈਂਸਾਂ ਨੂੰ ਪੁੱਛਿਆ ਸੇਵਾ ਕਰਦੇ ਹੋ ਲੋਕਾਂ ਦੀ ਤੁਸੀਂ ਔਰਤਾਂ ਦੀ ਮੁਖੜਾ ਦਿਖਾ ਦਿਓ ਕਮਰੇ ਦੇ ਵਿੱਚ ਬੱਤੀ ਬੰਦ ਕਰਕੇ ਬਹਿ ਜਾ ਕਿਉਂ ਬਿਠਾਉਂਦਾ ਸੀ MLA ਇਹ ਤਾਂ ਇਨਸਾਨ ਕਹਾਣ ਦੇ ਲਾਇਕ ਨਹੀਂ ਹੈ ਤੇ ਪੁਲਿਸ ਨਾਲ ਰਲੀ ਹੋਈ ਹੈ ਇਸ ਦਰਿੰਦੇ ਨੂੰ ਬਚਾ ਰਹੇ ਹੋ ਤੁਸੀਂ ਇਸ ਰੇਪਿਸਟ ਨੂੰ ਬਚਾ ਰਹੇ ਹੋ ਤੁਸੀਂ ਕਿਆ ਜਿਹੜੇ ਚਿਹਰੇ ਆ ਟੋਪੀਆਂ ਲਾ ਕੇ ਲਾਏ ਆ ਚਿਹਰੇ ਇਹ ਚਿਹਰੇ ਸ਼ੀਸ਼ੇ 'ਚ ਦੇਖ ਕੇ ਸਵਾਲ ਕਰੋ ਆਪਣੇ ਆਪ ਨੂੰ ਕਿ ਕਿਆ ਅਸੀਂ ਬੈਂਸ ਨੂੰ ਬਚਾ ਕੇ ਇਹਦੇ ਨਾਲ ਧੱਕਾ ਨਹੀਂ ਕਰ ਰਹੇ ਇਹ ਸਵਾਲ ਆਪਣੇ ਆਪ ਨੂੰ ਪੁਲਿਸ ਕਰ ਨਹੀਂ ਸਕਦੀ ਅਸੀਂ ਇਹ ਸਵਾਲ ਲੈਣ ਇੱਥੇ ਕਿਉਂ ਆਈਏ ਅਦਾਲਤ ਕਹਿੰਦੀ ਹੈ ਕਿ ਪੀੜਤ ਦੀ ਸ਼ਕਲ ਬਾਹਰ ਨਾ ਆਵੇ ਪੀੜਤ ਦੀ ਨਾਮ ਬਾਹਰ ਨਾ ਆਵੇ ਇਹ ਵਿਚਾਰੀ ਰੋਂਦੀ ਫਿਰਦੀ ਆਪਣਾ ਨਾਮ ਦੱਸਦੀ ਫਿਰਦੀ ਇੱਥੇ ਬਾਹਰ ਬੈਠੀ ਹੈ ਇਹਨਾਂ ਸ਼ਰਮ ਨਹੀਂ ਆਉਂਦੀ ਪੁਲਿਸ ਵਾਲਿਆਂ ਨੂੰ ਲੋਕਾਂ ਨੇ ਤਾਂ ਇਹਨਾਂ ਦੀ ਫੋਟੋਆਂ ਵੀ ਵਾਇਰਲ ਕਰਤੀਆਂ ਬਿਲਕੁਲ ਕਰਨਗੇ ਉਹਨਾਂ ਨੇ ਹੀ ਕੀਤੀਆਂ ਬੈਂਸਾਂ ਨੇ ਕੱਲਾ ਹੀ ਨਹੀਂ ਉਹ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਵਾਇਰਲ ਇਹਨਾਂ ਨੂੰ ਉਹ ਵਾਇਰਲ ਨਜ਼ਰ ਆ ਜਾਂਦਾ ਜਿਹੜਾ ਲੁਧਿਆਣੇ MLA ਦੀ ਵਾਈਫ ਦੀ ਮੌਤ ਬਾਰੇ ਕੋਈ ਕਰ ਦੇਵੇ ਉਹ ਵਾਇਰਲ ਨਜ਼ਰ ਆਉਂਦਾ ਕਮਿਸ਼ਨਰ ਸਾਹਿਬ ਨੂੰ ਇਹ ਜ਼ਿੰਮੇਵਾਰੀ ਜਿਹੜੀ ਇਹਨਾਂ ਦੀ ਪੁਲਿਸਮੈਨਸ਼ਿਪ ਹੈ ਨਾ ਸਬ ਸਰਵੀਐਂਟ ਟੂ ਦੀ ਪ੍ਰੈਜ਼ੈਂਟ ਪੋਲੀਟੀਕਲ ਸਿਸਟਮ ਹੈ ਲੋਕਾਂ ਲਈ ਨਹੀਂ ਹੈ ਲੋਕਾਂ ਦੇ ਤਾਬੇ ਨਹੀਂ ਹੈ ਇਹ ਇਨਸਾਫ ਤੇ ਕਾਨੂੰਨ ਦੇ ਤਾਬੇ ਨਹੀਂ ਇਹ ਸਿਆਸੀ ਆਕਾਵਾਂ ਦੇ ਤਾਬੇ ਹੈ ਦੁੱਖ ਦੀ ਗੱਲ ਇਹ ਹੈ ਪਰ ਗੱਲ ਹੈ ਵਾ ਲੋਕ ਇਨਸਾਫ ਪਾਰਟੀ ਦੇ ਲੀਡਰ ਤੁਹਾਡੀ ਗੱਲ ਹੋਊਗੀ ਮਹੇਸ਼ਿੰਦਰ ਗਰੇਵਾਲ ਸਾਹਿਬ ਦੀ ਗੱਲ ਹੋਗੀ ਕੋਈ ਵੀ ਕੁਐਸਚਨ ਉਹਨਾਂ ਤੋਂ ਪੁੱਛਿਆ ਜਾਵੇ ਉਹ ਸਿੱਧਾ ਕਹਿੰਦੇ ਨੇ ਇਹ ਤਾਂ ਚੱਲੇ ਇਹ ਕਾਰਤੂਸ ਨੇ ਆਪਣੀ ਲੀਡਰਸ਼ਿਪ ਚਮਕਾ ਰਹੇ ਨੇ ਚੱਲੇ ਇਹ ਕਾਰਤੂਸ ਨੇ ਮੈਨੂੰ ਪੁੱਛੋ ਬੈਂਸ ਸਾਹਿਬ ਜਿੱਦਨ ਤੁਸੀਂ ਕਪੂਰਥਲੇ ਦੇ MLA ਦੇ ਕਹੇ ਤੇ DSP ਜਲੰਧਰ ਦੇ ਖਿਲਾਫ ਰੇਪ ਦਾ ਧਰਨਾ ਕੀਤਾ ਸੀ ਉਹ ਕੀ ਕਰਨ ਗਏ ਸੀ ਜਵਾਬ ਦੇਣ ਤੁਹਾਡੇ ਕੋਲ ਉਸ ਮਹਿਲਾ ਦੇ ਬਿਆਨਾਂ ਇਲਾਵਾ ਕਿਹੜਾ ਸਬੂਤ ਸੀ ਉਹਨਾਂ ਕੋਲ ਜਵਾਬ ਦੇਣੇ ਦੇਣਾ ਬਾਹਰ ਜਨਹਿਤ ਕਰਨ ਕਿ ਉਸ ਕੇਸ ਦੇ ਵਿੱਚ ਕਿਹੜਾ ਸਬੂਤ ਇਹਨਾਂ ਨੇ ਦਿੱਤਾ ਸੀਗਾ ਜਿਹਦਾ ਰੇਪ ਕੇਸ ਉਹਦੇ DSP ਦੇ ਰਜਿਸਟਰ ਕਰਾ ਕੇ ਸੇਮ ਡੇ ਡਿਸਮਿਸ ਹੋਇਆ ਉਹਦਾ ਦੇਣ ਜਵਾਬ ਮੈਂ ਚੱਲਿਆ ਕਾਰਤੂਸ ਹੈ ਨਾ ਬੈਂਸ ਸਾਹਿਬ ਆ ਸੁਣ ਲਓ ਬੈਂਸ ਸਾਹਿਬ ਯਾਦ ਰੱਖਿਓ ਇਹ ਕੇਸ ਅੱਗ ਤੱਕ ਜਾਊਗਾ ਕਾਨੂੰਨ ਦੇ ਚਰਖੜਿਆਂ ਚੋਂ ਤੁਸੀਂ ਵੀ ਨਿਕਲੋਗੇ ਇਹ ਪੁਲਿਸ ਵੀ ਨਿਕਲੂਗੀ ਇਹ ਐਂਡ ਤੱਕ ਲੌਜੀਕਲ ਕਨਕਲੂਜਨ ਤੇ ਜਾਊਗਾ ਬੈਂਸ ਸਾਹਿਬ ਤੁਹਾਨੂੰ ਮੈਂ ਉਹ ਦਿਨ ਚੱਲੇ ਹੋਏ ਕਾਰਤੂਸ ਦਾ ਜਵਾਬ ਦਊਂਗਾ ਜਿਸ ਦਿਨ ਤੁਹਾਡੇ ਕੇਸ 'ਚ ਜਜਮੈਂਟ ਸਾਡੇ ਨਾਲ ਇਮਲੀ ਕਾਂਗਰਸ ਨਾਲ ਹੋਵੇ ਸਾਡੇ ਤੇ ਪਰਚੇ ਕਿਉਂ ਦਰਜ ਹੋਣ ਸਾਡੇ ਤੇ ਪਰਚੇ ਹੋਰ ਵੀ ਕੇਸਾਂ ਹੀ ਦਰਜ ਹੋਏ ਉਹਨਾਂ ਨੂੰ ਕਹੋ ਕਿ ਤੁਹਾਡਾ ਬਟਾਲੇ ਦਾ ਕੇਸ ਰਜਿਸਟਰ ਹੋਇਆ ਬੇਲ ਡਿਸਮਿਸ ਹੋਈ ਆ ਤੁਹਾਨੂੰ ਅਰੈਸਟ ਕਿਉਂ ਨਹੀਂ ਕੀਤਾ ਉਹਨਾਂ ਨੂੰ ਕਹੋ ਤੁਸੀਂ ਆਮ ਆਦਮੀ ਪਾਰਟੀ ਨਾਲ ਤੇ ਬਹੁਜਨ ਸਮਾਜਵਾਦੀ ਪਾਰਟੀ ਨਾਲ ਅਲਾਈਅੰਸ ਤੋੜ ਕੇ ਕੈਪਟਨ ਦੇ ਇਸ਼ਾਰੇ ਤੇ ਆਜ਼ਾਦ ਉਮੀਦਵਾਰ ਬਾਈ ਇਲੈਕਸ਼ਨ ਫਗਵਾੜੇ ਕਿਉਂ ਖੜਾ ਕੀਤਾ ਸੀ ਉਹਨਾਂ ਨੂੰ ਕਹੋ ਕਿ ਕੱਲੇ ਤੁਸੀਂ ਇੰਨੇ ਚੰਗੇ ਕਿਉਂ ਹੋ ਕਿ ਰਾਸ਼ਨ ਦੇ ਟਰੱਕ ਆਸ਼ੂ ਨੇ ਤੁਹਾਨੂੰ ਦੇ ਦਿੱਤੇ ਤੁਸੀਂ ਝੋਲੇ ਬਦਲ ਕੇ ਵੰਡੇ ਉਹਨਾਂ ਨੂੰ ਕਹੋ ਕਿ ਤੁਸੀਂ ਆਸ਼ੂ ਦੀ ਘਰਵਾਲੀ ਦੇ ਖਿਲਾਫ ਕਾਉਂਸਲਰ ਦੀ ਇਲੈਕਸ਼ਨ 'ਚ ਕੈਂਡੀਡੇਟ ਕਿਉਂ ਨਹੀਂ ਖੜਾ ਕੀਤਾ ਤੁਸੀਂ ਆਸ਼ੂ ਦੇ ਭਰਾ ਕਾਲੇ ਦੇ ਖਿਲਾਫ ਕੈਂਡੀਡੇਟ ਕਿਉਂ ਨਹੀਂ ਖੜਾ ਕੀਤਾ ਤੁਸੀਂ ਕੁੱਤੀ ਭੌਂਕ ਪਵੇ ਤਾਂ ਤੁਸੀਂ ਵਾਇਰਲ ਲਾਈਵ ਹੋ ਕੇ ਗਾਲਾਂ ਕੱਢਦੇ ਹੋ ਲੋਕਾਂ ਨੂੰ ਤੁਸੀਂ ਆਸ਼ੂ ਦੇ ਖਿਲਾਫ ਅੱਜ ਤੱਕ ਇੰਨੇ ਇਲਜ਼ਾਮ ਲੱਗੇ ਆ ਤੁਸੀਂ ਆਪਣਾ ਮੂੰਹ ਸੁੱਚਾ ਕਿਉਂ ਨਹੀਂ ਕੀਤਾ ਤੁਸੀਂ ਹਰ ਥਾਂ ਤੁਰੇ ਫਿਰਦੇ ਹੋ ਤੁਸੀਂ 3 ਮਹੀਨੇ ਦੇ ਕਾਂਗਰਸ ਖਿਲਾਫ ਕਿਉਂ ਨਹੀਂ ਬੋਲਦੇ ਤੁਸੀਂ ਆਲ ਪਾਰਟੀ ਮੀਟਿੰਗ ਦੇ ਵਿੱਚ ਕਿਉਂ ਨਹੀਂ ਬਾਹਰ ਬੈਠ ਕੇ ਧਰਨੇ ਦਿੱਤੇ ਜਿਹੜੇ ਅਸੈਂਬਲੀ 'ਚ ਬਾਹਰ ਬੈਠ ਕੇ ਧਰਨੇ ਦਿੰਦੇ ਸੀ ਕਿਉਂ ਨਹੀਂ ਦਿੱਤੇ ਮੈਂ ਪੁੱਛਣਾ ਚਾਹੁੰਦਾ ਸਵਾਲ ਕਿ ਕਿਉਂ ਨਹੀਂ ਦਿੱਤੇ ਤੇ ਬੈਂਸ ਸਾਹਿਬ ਜਿੰਨੇ ਮਰਜ਼ੀ ਘੁੰਡ ਪਾ ਲਓ ਜਿੰਨੇ ਮਰਜ਼ੀ ਪਖੰਡ ਕਰ ਲਓ ਕਿ ਤੁਸੀਂ ਕਾਂਗਰਸ ਦੇ ਉਲਟ ਲੜਦੇ ਹੋ ਇਹ ਪੋਲੀਟੀਕਲ ਜਵਾਬ ਮੈਂ ਤੁਹਾਨੂੰ ਕਦੇ ਦੇ ਦੂੰਗਾ ਪਹਿਲਾਂ ਇਹ ਦੱਸੋ ਕਿ ਤੁਸੀਂ ਰੇਪ ਕਿਉਂ ਕੀਤਾ ਇਹਦਾ ਜਵਾਬ ਹੈ ਹਲੇ ਸਿਆਸੀ ਜਵਾਬ ਸਮੇਂ ਆਏ ਤੇ ਉਹ ਵੀ ਜਵਾਬ ਲੈ ਲੂੰਗਾ ਧੰਨਵਾਦ ਜੀ ਤੁਹਾਡਾ ਸੋ ਅਸੀਂ ਇਸ ਔਰਤ ਨਾਲ ਵੀ ਗੱਲਬਾਤ ਕਰਕੇ ਹਟੇ ਆ ਤੇ ਉਹਨਾਂ ਲੀਡਰਾਂ ਨਾਲ ਵੀ ਗੱਲਬਾਤ ਕਰਕੇ ਹਟੇ ਆ ਜੋ ਇਹਨਾਂ ਦੇ ਹੱਕ ਵਿੱਚ ਅੱਜ ਇੱਥੇ ਖੜੇ ਆ ਸੋ ਇਹ ਸੀਗੀ ਅੱਜ ਦੀ ਖਬਰ ਵਧੇਰੀ ਖਬਰਾਂ ਲਈ ਜੁੜੇ ਰਹੋ ਲੁਧਿਆਣਾ ਟਾਈਮਸ ਦੇ ਨਾਲ ਕੈਮਰਾਮੈਨ ਵਿਪਨ ਅਰੋੜਾ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।